श्री वाहिगुरु साहिब जी। जेता समुंद साकर नीर भरिया, तेते औगण हमारे। दया करो किश मेहर उपावो, डुबदे पत्थर तारे। जियड़ा अगन बराबर तपै, भीतर बगै काती। प्रणबत नानक हुक्म पछाणै, सुख होवै दिन राती। बाणी गुरु गुरु है बाणी, बिच बाणी अमृत सारे। गुर बाणी कहै सेवक जन मानै, पर तख गुरु निस्तारे। सो कहो टल गुर सेवियै, अहनिस सहज सुभाए। दर्शन परसै गुरु कै, जन्म मरण दुख जाए। होवै सिफत खसामदी, नूर अरसो कुरसो झटिया। तुध डिठे सच्चे पातशाह, मल जन्म जन्म दी कट्टिया। सज्जन सच्चा पातशाह, सिर साहांदै साहो। जिस पास बैठिया सोहिया, सबना दा बेसाहो। सतनाम वाहिगुरु साहिब जी। मारू महला तीजा, वेद पढ़ै हर नाम न बूझै। माया कारण पढ़ पढ़ लूझै, वेद पढ़ै हर नाम न बूझै। माया कारण पढ़ पढ़ लूझै, अंतर मैल अज्ञानी अंधा। क्यों कर दुतर तरीजै हे, वेद बाद सब आख बखान है। ना अंतर भीजै ना शब्द पछाण है। पुण्य पाप सब भेद दृढ़ाया, गुरमुख अमृत पीजै हे। आपे साचा एको सोई, तिस बिन दूजा अवर न कोई। नानक नाम रते मन साचा, सच्चो साचर बीजै हे। आपे साचा एको सोई, तिस बिन दूजा अवर न कोई। नानक नाम रते मन साचा, सच्चो साचर बीजै हे। वाहिगुरु जी का खालसा, वाहिगुरु जी की फतेह। परम सन्मानयोग जुगो जुग अटल, चवर छतर तख दे मालक। लोक परलोक दे रखियक, धन धन साहिब श्री गुरु ग्रंथ साहिब।
ਸੱਚੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਵੱਡੀਆਂ ਭਾਗਾਂ ਵਾਲੇ ਹੋ ਜੋ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਸਤਿਗੁਰੂ ਅੰਮ੍ਰਿਤ ਕੇ ਦਾਤੇ ਸਰਵੰਸ ਦਾਨੀ ਸਹਿਬੇ ਕਮਾਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਸਤ ਸੰਗਤ ਕਰਕੇ ਸਤਿਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਹਿਬਾਂ ਦੇ ਪਾਵਨ ਦਰਬਾਰ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਸਜੇ ਦੀਵਾਨਾਂ ਵਿੱਚ ਆਪ ਜੀ ਨੇ ਹੁਣੇ ਹੀ ਸਤਿਕਾਰਯੋਗ ਗੁਰੂ ਘਰ ਦੇ ਕੀਰਤਨੀਆਂ ਪਾਸੋਂ ਸ਼੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਸ਼ਰਵਣ ਕੀਤੇ ਹਨ। ਸੋ ਆਓ ਗੁਰੂ ਸਵਾਰਿਓ, ਸਮਾਂ ਹੈ ਜੋ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਮਾਰੂ ਰਾਗ ਦੇ ਵਿੱਚੋਂ ਆਪ ਸੰਗਤਾਂ ਸ਼ਰਵਣ ਕਰਦੀਆਂ ਆ ਰਹੀਆਂ ਹਨ। ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਵਨ ਸ਼ਬਦ ਮਾਰੂ ਸੋਲ੍ਹੇ ਬਾਣੀ ਦੀ ਵਿਚਾਰ ਚੱਲ ਰਹੀ ਹੈ। ਕੱਲ ਤੱਕ ਦੀ ਵਿਚਾਰ ਦੇ ਵਿੱਚ ਆਪ ਜੀ ਨੇ 13 ਬੰਦਾਂ ਤੱਕ ਵਿਚਾਰ ਸ਼ਰਵਣ ਕੀਤੀ ਸੀ। ਅੱਜ ਸਤਿਗੁਰੂ ਮਹਾਰਾਜ ਜੀ 14ਵੇਂ ਬੰਦ ਦੁਆਰਾ 1050 ਅੰਕ ਤੇ ਸਤਿਗੁਰੂ ਸਾਡੇ ਉੱਤੇ ਬਖਸ਼ਿਸ਼ ਕਰ ਰਹੇ ਹਨ। ਆਓ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੀਏ, ਧਿਆਨ ਗੁਰੂ ਚਰਨਾਂ ਨਾਲ ਜੋੜੀਏ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਉਪਦੇਸ਼ ਨੂੰ ਹਿਰਦਿਆਂ ਵਿੱਚ ਵਸਾ ਕੇ ਆਪਣਾ ਜੀਵਨ ਸਫਲਾ ਕਰੀਏ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਕਰੋ ਆਪਣੀ ਰਸਨਾ ਨੂੰ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਵੇਦ ਪੜ੍ਹੇ ਹਰ ਨਾਮ ਨ ਬੂਝੈ, ਮਾਇਆ ਕਾਰਣ ਪੜ੍ਹ ਪੜ੍ਹ ਲੂਝੈ। ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਕੋਲ ਕਿਸੇ ਪਾਂਡੇ ਦੀ ਵਿਚਾਰ ਹੋ ਰਹੀ ਹੈ। ਜੋ ਸਤਿਗੁਰੂ ਮਹਾਰਾਜ ਨੂੰ ਇਹ ਸਵਾਲ ਕੀਤਾ ਗਿਆ ਕਿ ਸਤਿਗੁਰੂ ਜੀ ਅਸੀਂ ਵੇਦ ਸ਼ਾਸਤਰਾਂ ਨੂੰ ਪੜ੍ਹਦੇ ਹਾਂ, 4 ਵੇਦ ਪੜ੍ਹਦੇ ਹਾਂ, 18 ਪੁਰਾਣ ਹਨ, 27 ਸਿਮਰਤੀਆਂ ਹਨ, ਇਹਨਾਂ ਦਾ ਆਪਾਂ ਅਧਿਐਨ ਕਰਦੇ ਹਾਂ ਤੇ ਪਾਤਸ਼ਾਹ ਜੀ ਤੁਸੀਂ ਕੀ ਕਰਦੇ ਹੋ? ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਉੱਤਰ ਦੇਣਾ ਕੀਤਾ, ਕਹਿਣ ਲੱਗੇ ਸਾਡੇ ਸਿੱਖ ਨਾਮ ਜਪਦੇ ਨੇ, ਸਾਡੇ ਸਿੱਖ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਨੇ, ਸਾਡੇ ਸਿੱਖ ਗੁਰਬਾਣੀ ਪੜ੍ਹਦੇ ਹਨ। ਕਹਿੰਦੇ ਨੇ ਐ ਪੰਡਿਤ ਜੀ ਤੁਸੀਂ ਵੇਦ ਸ਼ਾਸਤਰ ਤਾਂ ਪੜ੍ਹਦੇ ਹੋ, ਪਰ ਵੇਦ ਸ਼ਾਸਤਰ ਪੜ੍ਹਨ ਦੇ ਨਾਲ ਤੁਸੀਂ ਹਰੀ ਪਰਮਾਤਮਾ ਦੇ ਨਾਮ ਨੂੰ ਬੁੱਝਿਆ ਜਾਣਦੇ ਨਹੀਂ ਹਨ। ਹੁਣ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਵੇਦ ਸ਼ਾਸਤਰ ਝੂਠੇ ਨੇ। ਪਖੰਡ ਦੇ ਸਹਿਤ ਕੀਤੇ ਹੋਏ ਕਰਮ ਕੋਈ ਵੀ ਹਨ, ਚਾਹੇ ਉਹ ਸਿੱਖ ਧਰਮ ਦੇ ਵਿੱਚ ਹਨ, ਚਾਹੇ ਹਿੰਦੂ ਮਤ ਵਿੱਚ ਹਨ, ਚਾਹੇ ਇਸਲਾਮ ਦੇ ਵਿੱਚ ਹਨ, ਕਿਸੇ ਵੀ ਧਰਮ ਦੇ ਜੇ ਪਖੰਡ ਹੈ ਤੇ ਪਖੰਡ ਗੁਰੂ ਸਵਾਰੇ ਫਿਰ ਉਹ ਧਰਮ ਦੇ ਨਾਂ 'ਤੇ ਪਖੰਡ ਹੋ ਰਿਹਾ, ਫਿਰ ਉਹ ਮਾਲਕ ਦੇ ਦਰ 'ਤੇ ਪ੍ਰਵਾਨ ਨਹੀਂ ਹੈ। ਗੁਰਬਾਣੀ ਤਾਂ ਵੇਦ ਸ਼ਾਸਤਰਾਂ ਇੱਥੋਂ ਤੱਕ ਬਚਨ ਕਰਦੀ ਹੈ। ਭਗਤ ਕਬੀਰ ਜੀ ਕਹਿੰਦੇ ਨੇ ਵੇਦ ਕਤੇਵ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਕਹਿੰਦੇ ਝੂਠਾ ਉਹ ਜਿਹੜੇ ਦੀ ਵਿਚਾਰ ਨਹੀਂ ਕਰਦੇ ਹਨ। ਇਸੇ ਤਰ੍ਹਾਂ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਸੂਈ ਰਾਗ ਸ਼ਬਦ ਹੈ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ
ਗਾਲੀ ਹੋਸ਼ੀਆਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਇਹ ਬਚਨ ਕਰਦੇ ਨੇ ਕਿ ਜਿੰਨੀਆਂ ਵੀ 27 ਸਿਮਰਤੀਆਂ ਹਨ, 18 ਪੁਰਾਣ ਹਨ, 4 ਵੇਦ ਹਨ, ਜਿੰਨੇ ਵੀ ਧਾਰਮਿਕ ਗ੍ਰੰਥ ਹਨ, ਕਹਿੰਦੇ ਇਹਨਾਂ ਦੇ ਵਿਚਾਰ ਇਹੀ ਨਿਕਲਦੇ, ਇਹਨੂੰ ਪੜ੍ਹ ਕੇ ਜਦੋਂ ਵਿਚਾਰਿਆ ਜਾਂਦਾ, ਬਾਚਿਆ ਜਾਂਦਾ ਹੈ, ਇਹ ਇਹੀ ਆਖਦੇ ਨੇ ਕਿ ਨਾਮ ਤੋਂ ਬਿਨਾਂ ਜਿੰਨੀਆਂ ਵੀ ਗੱਲਾਂ ਬਾਤਾਂ ਕਰਨੀਆਂ ਨੇ ਉਹ ਹੋਛਾਪਣ ਹੈ। ਇਸ ਕਰਕੇ ਇਹ ਜਿਹੜੇ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ, ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਪਰਮਾਤਮਾ ਦਾ ਨਾਮ ਅਮੁੱਲ ਹੈ। ਅਤੇ ਸਤਿਗੁਰੂ ਜਿਹੜੇ ਕੇਵਲ ਪੜ੍ਹਨ ਤੱਕ ਸੀਮਤ ਨੇ, ਪੜ੍ਹਦੇ ਹਨ ਵੇਦ ਸ਼ਾਸਤਰਾਂ ਨੂੰ, ਪਰ ਜੋ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਕਹਿ ਰਹੇ ਨੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਨਹੀਂ ਕਰ ਰਹੇ ਹਨ। ਜਿੰਨੇ ਵੀ ਦੁਨੀਆ ਦੇ ਧਾਰਮਿਕ ਗ੍ਰੰਥ ਨੇ, ਕਿਸੇ ਵੀ ਮਜ਼ਹਬ ਨਾਲ ਸੰਬੰਧਿਤ ਨੇ, ਹਰ ਇੱਕ ਧਰਮ ਗ੍ਰੰਥ ਦੇ ਵਿੱਚ ਇਹ ਲਿਖਿਆ ਹੋਇਆ ਕਿ ਬੰਦੇ ਤੂੰ ਬੰਦਗੀ ਕਰਨੀ ਆਇਆ ਏ, ਤੂੰ ਬੰਦਗੀ ਕਰ, ਚੰਗੇ ਕਰਮ ਕਰ। ਜੇ ਤੂੰ ਬੰਦਗੀ ਕਰੇਗਾ ਤੇਰਾ ਸੰਸਾਰ ਵਿੱਚ ਆਇਆ ਸਫਲਾ ਹੋਵੇਗਾ। ਅਤੇ ਸਾਡੇ ਜੈਸੇ ਗੁਰਬਾਣੀ ਦੀਆਂ 4 ਪੰਕਤੀਆਂ ਯਾਦ ਕਰ ਲੈਣੀਆਂ, ਗ੍ਰੰਥ ਪੜ੍ਹ ਲੈਣੇ ਅਤੇ ਪੜ੍ਹ ਕੇ ਸੁਣਾ ਦੇਣੇ। ਸੁਣਾਉਣਾ ਵੱਖਰੀ ਗੱਲ ਹੈ, ਪੜ੍ਹਨਾ ਵੱਖਰੀ ਗੱਲ ਹੈ, ਅਤੇ ਪੜ੍ਹ ਕੇ ਸੁਣ ਕੇ ਗੁਰੂ ਸਾਹਿਬ ਮੰਨਣਾ ਸਭ ਤੋਂ ਵੱਡੀ ਗੱਲ ਹੈ। ਜਿਹਨੇ ਪੜ੍ਹ ਲਿਆ, ਸੁਣ ਲਿਆ ਅਤੇ ਸੁਣ ਕੇ ਫਿਰ ਮੰਨ ਲਿਆ, ਫਿਰ ਉਹ ਅਸਲ ਵਿੱਚ ਫਿਰ ਉਹਦਾ ਜੀਵਨ ਜਿਹੜਾ ਹੈ ਸਫਲਾ ਹੁੰਦਾ ਹੈ। ਪੁਰਾਤਨ ਜਦੋਂ ਗੁਰਸਿੱਖਾਂ ਦਾ ਆਪਾਂ ਜੀਵਨ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਆਉਂਦੇ ਨੇ, ਸਤਿਗੁਰੂ ਮਹਾਰਾਜ ਉਪਦੇਸ਼ ਦਿੰਦੇ ਨੇ, ਆਪਣੀ ਰਸਨਾ ਤੋਂ ਸ਼ਬਦ ਉਚਾਰਨ ਕਰਦੇ ਨੇ। ਦੇਖੋ, ਸਤਿਗੁਰੂ ਸ਼ਬਦ ਉਚਾਰਨ ਕਰਦੇ ਹੁੰਦੇ ਸੀ ਅਤੇ ਸਿੱਖ ਸੁਣਦੇ ਹੁੰਦੇ ਸੀ, ਅਤੇ ਸੁਣਦਿਆਂ ਸਾਰ ਹੀ ਸਿੱਖਾਂ ਨੂੰ ਗੁਰਬਾਣੀ ਦੇ ਸ਼ਬਦ ਜਿਹੜੇ ਸਨ ਉਹ ਯਾਦ ਹੋ ਜਾਂਦੇ ਸੀ। ਉਦੋਂ ਕੋਈ ਗੁਟਕੇ ਨਹੀਂ ਹੁੰਦੇ ਸਨ, ਪੋਥੀਆਂ ਨਹੀਂ ਹੁੰਦੀਆਂ ਸਨ। ਪਾਤਸ਼ਾਹ ਜੀ ਨੇ ਜਦੋਂ ਗੁਰਬਾਣੀ ਉਚਾਰਨ ਕਰਦੇ ਸੀ ਅਤੇ ਗੁਰੂ ਨਾਨਕ ਸਾਹਿਬ ਮਹਾਰਾਜ ਖੁਦ ਸ਼ਬਦ ਨੂੰ ਲਿਖ ਲੈਂਦੇ ਸੀ ਨਾਲ। ਜਦੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਪੜ੍ਹਦੇ ਹਾਂ, ਭਾਈ ਗੁਰਦਾਸ ਜੀ ਦੀਆਂ 12 ਤੋਂ ਪਤਾ ਲੱਗਦਾ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੱਕੇ ਮਦੀਨੇ ਵੱਲ ਗਏ ਨੇ ਅਤੇ ਭਾਈ ਗੁਰਦਾਸ ਜੀ ਕਹਿੰਦੇ ਆਸਾ ਹੱਥ ਕਿਤਾਬ ਕਸ਼। ਆਸਾ ਦਾ ਅਰਥ ਹੈ ਡੰਡਾ। ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਵਿੱਚ ਇੱਕ ਛੋਟਾ ਜਿਹਾ ਡੰਡਾ ਸੀ ਅਤੇ ਕਿਤਾਬ ਕਸ਼, ਕੱਛ ਦੇ ਵਿੱਚ ਕਿਤਾਬ ਸੀ। ਉਹ ਕਿਤਾਬ ਤੋਂ ਭਾਵ ਕੀ ਸੀ? ਜਿਹਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਉਚਾਰਨ ਕੀਤਾ ਹੋਇਆ ਸ਼ਬਦ ਲਿਖ ਲੈਂਦੇ ਸੀ। ਕੋਈ ਪੋਥੀਆਂ ਦੇ ਸਾਧਨ ਨਹੀਂ ਸਨ, ਪਰ ਜਿਹੜੇ ਸਰੋਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠੇ ਹੁੰਦੇ ਸਨ, ਜਿਹੜੇ ਸੁਣਦੇ ਸੀ, ਉਹ ਸੁਣਦਿਆਂ ਇੰਨੇ ਧਿਆਨ ਨਾਲ ਇਕਾਗਰ ਚਿੱਤ ਹੋ ਕੇ ਸੁਣਦੇ ਸਨ ਕਿ ਗੁਰੂ ਨਾਨਕ ਦਾ ਉਚਾਰਨ ਕੀਤਾ ਹੋਇਆ ਸ਼ਬਦ ਉਹਨਾਂ ਦੇ ਹਿਰਦੇ ਅੰਦਰ ਵੱਸ ਜਾਂਦਾ ਸੀ। ਅਤੇ ਪੁਰਾਤਨ ਸਿੰਘਾਂ ਦਾ ਜੀਵਨ ਪੜ੍ਹ ਕੇ ਦੇਖੋ, ਕਿੰਨੀਆਂ ਬਾਣੀਆਂ ਕੰਠ ਹੁੰਦੀਆਂ ਸੀ। ਸਿਆਣਿਆਂ ਦਾ ਕਥਨ ਹੈ, ਕਹਿੰਦੇ ਪੈਸਾ ਗੰਢ ਬਾਣੀ ਕੰਠ। ਪੈਸਾ ਉਹ ਜਿਹੜਾ ਸਾਡੇ ਬੋਝੇ ਵਿੱਚ ਸਾਡੇ ਕੋਲ ਹੈ, ਉਹ ਪੈਸਾ ਵਰਤਿਆ ਜਾਂਦਾ ਹੈ, ਅਤੇ ਬਾਣੀ ਉਹ ਜਿਹੜੀ ਸਾਨੂੰ ਕੰਠ ਹੋਵੇ। ਜਿੰਨੀ ਬਾਣੀ ਆਪਾਂ ਕੰਠ ਕਰਾਂਗੇ ਉਨਾ ਸਾਨੂੰ ਵੱਧ ਤੋਂ ਵੱਧ ਲਾਹਾ ਪ੍ਰਾਪਤ ਹੋਵੇਗਾ। ਦੇਖੋ, ਪੁਰਾਣੇ ਸਿੰਘਾਂ ਜੀਵਨ ਪੜ੍ਹਦੇ ਹਾਂ, ਸਿੰਘ ਘੋੜਿਆਂ ਦੀਆਂ ਕਾਠੀਆਂ ਉੱਤੇ ਰਹਿੰਦੇ ਸੀ, ਕੋਈ ਘਰ-ਬਾਰ ਨਹੀਂ ਸੀ, ਮਕਾਨ ਜਿਹੜੇ ਕੱਚੇ ਹੁੰਦੇ ਸਨ, ਛੋਲਿਆਂ ਦੀ ਛੋਲੇ ਖਾਣੇ, ਜੇ ਰੋਟੀ ਦੇ ਟੁਕੜੇ 2 ਪ੍ਰਸ਼ਾਦੇ ਹੱਥ ਲੱਗ ਗਏ ਅਤੇ ਸਿੰਘਾਂ ਨੇ ਉੱਚੀ ਉੱਚੀ ਹੋਕਾ ਦੇਣਾ ਕਿ ਆਓ ਭਾਈ ਗੁਰੂ ਕਾ ਲੰਗਰ ਤਿਆਰ ਛਕਣਾ ਕਰੋ। ਸਾਰਿਆਂ ਨੇ ਵੰਡ ਕੇ ਛਕਣਾ ਅਤੇ ਛਕ ਕੇ ਫਿਰ ਪ੍ਰਮਾਤਮਾ ਧੰਨਵਾਦ ਕਰਨਾ। ਅਤੇ ਕਾਰਨ ਕੀ ਸੀ? ਕਿ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਸੀ। ਆਪਾਂ ਹੁਣ ਦੇਖੋ, ਘਰਾਂ ਵਿੱਚ ਪ੍ਰਸ਼ਾਦਾ ਪਾਣੀ ਛਕਦੇ ਹਾਂ, ਕੋਈ 2 ਸਮੇਂ ਛਕਦਾ, ਕੋਈ 3 ਸਮੇਂ ਛਕਦਾ ਹੈ।
कोई 3 प्रशादे छकदा, कोई 2 छकदा, कोई 4 छकदा है। जे किते किसी कारण बस होण करके प्रशादे 2 भुख 3 दी होवे सानूं मिलण 2 ते सबर नहीं आउंदा। सबर नहीं आउंदा कि मैनूं 3 प्रशादिਆਂ ਦੀ भुख है, मिले 2 ने। पर पुराने ਸਿੰਘਾਂ ਦਾ ਆਪਾਂ जीवन पढ़ीए जिन्हां नूं एक एक बुरकी मिलनी है, वो भी कदे मिल जानी, कदे पत्ते धू के अपने वो खाने ते परमात्मा का शुक्र करते सी कि उन्होंने भुख नहीं लगती सी। क्योंकि जिहड़े गुरमुख जन ने ना, गुरमुख जन थोड़ा खांदे ने ते थोड़ा सौंदे ने। भुख दे विच भी गुरमुख जन उस मालक नूं चेते करते ने। आपां सतगुर दे बचन पढ़ते हैं, जे सुख दे तां तुझै आराधी, दुख भी तुझै ध्याई। जे भुख दे तां इत ही राजा, दुख विच सूख मनाई। कहंदे परमात्मा जे तू सुख देवेगा, सुख नूं प्राप्त करके मैं तैनूं विसारांगा नहीं। क्योंकि आम तौर ते जो सानूं सुख मिलदे ना, असीं सुख वेले परमात्मा नूं विसार दिंदे, गुरु नूं विसार दिंदे आ। जे परमात्मा तू मैनूं सुख देवेगा, सुख वेले मैं तेरी आराधना करांगा, तेरा शुक्र करांगा। जे दुख आ गया फिर ते सतगुरु कहंदे ने जे दुख आ गया, दुख भी तुझे ध्याई। दुख विच मैं भी ये नहीं तेरे नाल नाराज हो के तेरी आराधना करनी नहीं छड्डांगा। जे दुख की घड़ी आ गई ना, दुख दे वेले भी मालक मैं तैनूं ही चेते करांगा, तेरे चरणां च बेनती करांगा कि औखी घड़ी ना देखण देई, अपना बिरद संभाले, हाथ दे राखे कर अपने, सास सास प्रतपाले। परमात्मा तेरे चरणां च मैं तेरी आराधना करांगा, बार बार बेनतियां करांगा, ते मालक मैं ये आखांगा ते दुख आया, दुख की घड़ी आई है, ते परमात्मा जी कृपा करनी, मैनूं दुख झेलण की समर्था बख्शिश करनी। किते दुख की घड़ी विच मैं डोल ना जावां। देखो जदों आपां गुरु तेग बहादुर पातशाह शहीदी तो पहलां जिहड़े सिख शहीद होए ने, भाई दीवान मती दास जी, सती दास जी, भाई दयाला जी, एक नूं उबलदियां देगियां विच उबालिया, एक नूं ऊन नाल लपेट के साड़िया गया, शहीद किया गया। एक दे उत्ते सीस उत्ते आरा चलिया गया, आरे नाल 2 फाड़ कीते गए ने। जिस वक्त भाई दयाले जी नूं उबलदे देगे विच उबालण लगे, ते भाई दयाले ने उस समय गुरु तेग बहादुर पातशाह दे चरणां च बेनती की। पहली जदों जलाद पुछदे ने, कहंदे अंतम इच्छा कहण लगे मेरा मुख, सतगुरु गुरु तेग बहादुर पातशाह लोह पिंजर वल होवे, मैं अरदास कर लवां। कहंदे मैं गुरु पातशाह चरनां अरदास शहीद होण तो पहलां अरदास कर लवां। ते सारे जलाद सिपाही जिन्ने भी सिपर सलार खलोते ने, वो देखते ने किहो जे ये लोग ने जिन्होंने मौत का बिल्कुल भी भै नहीं है, डर नहीं है। ते अरदास कीती है। अरदास विच पता की आख्या सी, हे गुरु अर्जन देव, हे गुरु तेग बहादुर साहब महाराज जी, 5वें जामे दे विच आप जी उबलदे देगे विच बैठे सी, तत्ती तवी उत्ते बैठ के तुसां ने अपने सीस उत्ते तत्ता तत्ता रेत पवाया, ते तुसां ने ये बचन कीते सी कि तेरा किया मीठा लागै, हर नाम पदार्थ नानक मांगै। ते नाल तुसी ये बचन कीते सी उस समय कि अज असी उबलदे देगे विच बैठे हाँ, कल समा आवेगा ते साडे सिख भी उबलदे देगे विच बैठणगे, जे असी नहीं डोले ते साडे सिख भी नहीं डोलणगे। हे धन गुरु तेग बहादुर साहब महाराज जी, हुण किरपा करनी, तुहाडे सिख दी वारी है, सिख दी लाजपत आप रखनी पातशाह जी। गुरु गुरु जपदा होया गुरु का प्यारा भाई दयाला जी उबलदे देगे विच बैठ गया।
ਥੱਲੇ ਅੱਗ ਬਲਦੀ ਹੈ, ਪਾਣੀ ਜਿਹੜਾ ਹੈ ਉਬਾਲੇ ਮਾਰ ਰਿਹਾ ਹੈ। ਭਾਈ ਸਾਹਿਬ ਦੇ ਸਰੀਰ ਉੱਤੇ ਛਾਲੇ ਹੋਏ ਨੇ। ਹੌਲੀ ਹੌਲੀ ਗੁਰੂ ਸਾਹਿਬ ਭਾਈ ਸਾਹਿਬ ਦਾ ਸਾਰਾ ਸਰੀਰ, ਜਿਵੇਂ ਆਲੂ ਨੂੰ ਆਪਾਂ ਪਾਣੀ 'ਚ ਉਬਾਲਦੇ ਨਾ, ਇੰਝ ਭਾਈ ਸਾਹਿਬ ਦਾ ਸਾਰਾ ਸਰੀਰ ਉਬਲ ਗਿਆ। ਪਰ ਭਾਈ ਸਾਹਿਬ ਜੀ ਫਿਰ ਵੀ ਆਪਣੇ ਮੁੱਖੋਂ ਬਾਣੀ ਪੜ੍ਹਦੇ ਨੇ ਕਿ ਪ੍ਰਭ ਕਾ ਸਿਮਰਨ ਗਰਭ ਨਾ ਵਸੈ, ਪ੍ਰਭ ਕਾ ਸਿਮਰਨ ਦੁਖ ਜਮ ਨਸੈ, ਪ੍ਰਭ ਕਾ ਸਿਮਰਨ ਕਾਲ ਪਰ ਹਰੈ, ਪ੍ਰਭ ਕਾ ਸਿਮਰਨ ਦੁਸ਼ਮਨ ਟਰੈ। ਤੇ ਜਦੋਂ ਆਖਿਆ ਨਾ ਕਿ ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ, ਪੂਰੇ ਗੁਰ ਕਾ ਸੁਣ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ, ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਤੇ ਇਸ ਤਰ੍ਹਾਂ ਜਦੋਂ ਬਾਣੀ ਪੜ੍ਹਦੇ ਨੇ ਨਾ, ਤੇ ਅਖੀਰ ਤੇ ਜਦੋਂ ਸੁਖਮਨੀ ਸਾਹਿਬ ਦੀ ਸਮਾਪਤੀ ਹੋਈ ਹੈ ਤੇ ਭਾਈ ਸਾਹਿਬ ਜੀ ਦਾ ਸਰੀਰ ਸ਼ਾਂਤ ਹੋ ਗਿਆ ਸੀ। ਦੱਸਿਆ ਗੁਰੂ ਸਾਹਿਬਾਨ ਜੇ ਗੁਰਬਾਣੀ ਵਿੱਚ ਪਾਤਸ਼ਾਹ ਨੇ ਬਚਨ ਕੀਤੇ ਨੇ ਕਿ ਸੁੱਖ ਵੇਲੇ ਮਾਲਕ ਤੇਰੀ ਮੈਂ ਆਰਾਧਨਾ ਕਰਦਾ, ਤੇ ਦੁੱਖ ਦੀ ਘੜੀ ਆ ਗਈ, ਦੁੱਖ ਵੇਲੇ ਵੀ ਮੈਂ ਤੈਨੂੰ ਚੇਤੇ ਕਰਾਂਗਾ। ਆਮ ਤੌਰ 'ਤੇ ਸਾਡੀ ਹਾਲਤ ਇਹੋ ਜਿਹੀ ਹੈ, ਜਦੋਂ ਘਰ 'ਚ ਖੁਸ਼ੀਆਂ ਖੇੜੇ ਆਉਂਦੇ ਨੇ, ਸਾਨੂੰ ਸੁੱਖ ਮਿਲਦੇ ਨੇ, ਤੇ ਉਦੋਂ ਅਸੀਂ ਖੁਸ਼ੀ 'ਚ ਇੰਨੇ ਮਸਤ ਹੋ ਜਾਂਦੇ ਕਿ ਕਰਤੇ ਨੂੰ ਭੁੱਲ ਜਾਂਦੇ ਆ, ਗੁਰੂ ਨੂੰ ਭੁੱਲ ਜਾਂਦੇ ਆ, ਗੁਰੂ ਦੀ ਮਰਜ਼ਾਦਾ ਤੋਂ ਉਲਟ ਕਰਮ ਕਰਨ ਲੱਗ ਪੈਂਦੇ ਆ। ਜੋ ਦੁੱਖ ਆਉਂਦਾ ਤੇ ਦੁੱਖ ਵੇਲੇ ਫਿਰ ਆਪਾਂ ਘਬਰਾ ਜਾਂਦੇ ਨੇ ਕਿ ਹੁਣ ਸਾਨੂੰ ਦੁੱਖ ਦੀ ਘੜੀ ਆਈ ਹੈ। ਦੁੱਖ ਵੇਲੇ ਗੁਰੂ ਨੂੰ ਚੇਤੇ ਕਰਦੇ ਨੇ, ਗੁਰੂ ਫਿਰ ਦੇਖਦਾ, ਗੁਰੂ ਪਰਖ ਕਰਦਾ ਏ। ਜਦੋਂ ਫਿਰ ਦੁੱਖ ਦੂਰ ਨਾ ਹੋਵੇ ਤੇ ਫਿਰ ਗੁਰੂ ਨੂੰ ਉਲਾਂਭੇ ਦੇਣ ਲੱਗ ਪੈਂਦੇ ਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਹੀਂ ਭਾਈ, ਜੇ ਦੁੱਖ ਵੀ ਤੁਝੈ ਧਿਆਈ, ਜੇ ਦੁੱਖ ਦੀ ਘੜੀ ਆ ਗਈ ਤੇ ਪਰਮਾਤਮਾ ਫਿਰ ਵੀ ਮੈਂ ਤੇਰੀ ਆਰਾਧਨਾ ਕਰਾਂਗਾ। ਜੇ ਸੁੱਖ ਦੇ ਤਾਂ ਤੁਝੈ ਆਰਾਧੀ, ਦੁੱਖ ਵੀ ਤੁਝੈ ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁੱਖ ਮਨਾਏ। ਜੇ ਮੈਨੂੰ ਭੁੱਖ ਹੈ, ਮਨ ਰੋਟੀ ਨਹੀਂ ਮਿਲੀ ਖਾਣ ਦੀ, ਗੱਲ ਚੱਲ ਰਹੀ ਸੀ ਪ੍ਰਸ਼ਾਦੇ ਦੀ, ਭੁੱਖ ਦੀ। ਜੇ ਰੋਟੀ ਖਾਣੀ ਨਹੀਂ ਮਿਲੀ ਮੈਨੂੰ, ਮੈਂ ਭੁੱਖਾ ਹਾਂ, ਤੇ ਭੁੱਖ ਵੇਲੇ ਮਾਲਕ ਜੀ ਮੈਂ ਤੇਰੀ ਰਜਾ ਵਿੱਚ ਰਵਾਂਗਾ। ਤੇਰੀ ਰਜਾ ਹੈ, ਤੂੰ ਚਾਹੇ ਮੈਨੂੰ ਭੁੱਖਾ ਸਵਾਣਾ ਕਰ, ਚਾਹੇ ਮੈਨੂੰ 36 ਪ੍ਰਕਾਰ ਦੇ ਪਕਵਾਨ ਛਕਾ, ਇਹ ਤੇਰੀ ਮਰਜ਼ੀ ਹੈ। ਤੇਰੀ ਰਜਾ ਨੂੰ ਮੈਂ ਮਿੱਠਾ ਕਰਕੇ ਮੰਨਣਾ, ਭਾਣੇ ਨੂੰ ਮਿੱਠਾ ਕਰਕੇ ਮੰਨਣਾ ਬਸ। ਤੇ ਇਹੋ ਜਿਹਾ ਪੁਰਾਤਨ ਸਿੰਘਾਂ ਦਾ ਜੀਵਨ ਹੁੰਦਾ ਸੀ। ਜੇ ਗੁਰੂ ਪਾਤਸ਼ਾਹ ਨੇ ਗੁਰਬਾਣੀ 'ਚ ਆਖਿਆ ਨਾ ਭੁੱਖ ਵੇ ਤੇ ਰਜਾ ਵਿੱਚ ਰਵਾਂਗੇ, ਤੇ ਬੜੇ ਬੜੇ ਸਿੰਘ ਰਜਾ ਵਿੱਚ ਰਹੇ ਨੇ। ਆਪ ਖੁਦ ਗੁਰੂ ਕਲਗੀਧਰ ਪਾਤਸ਼ਾਹ 6-7 ਮਹੀਨੇ ਦਾ ਘੇਰਾ ਪਿਆ ਅਨੰਦਪੁਰ ਸਾਹਿਬ ਨੂੰ, ਰਸ਼ਤਾਂ ਬਸਤਾਂ ਖਤਮ ਹੋ ਗਈਆਂ ਸਨ, ਤੇ ਗੁਰੂ ਸਵਾਰਿਓ ਕਈ ਦਿਨ ਪਾਤਸ਼ਾਹ ਭੁੱਖੇ ਰਹੇ, ਤੇ ਆਪ ਵੀ ਭੁੱਖੇ ਰਹੇ, ਤੇ ਸਿੰਘਾਂ ਨੇ ਵੀ ਜੰਗ ਕੀਤਾ, ਫਿਰ ਵੀ ਸਤਿਗੁਰੂ ਪਰਮਾਤਮਾ ਧੰਨਵਾਦ ਕਰਦੇ ਨੇ। ਉਸ ਤੋਂ ਅੱਗੇ ਆਪਾਂ ਆਉਣਾ ਕਰੀਏ ਬਾਬਾ ਬੰਦਾ ਸਿੰਘ ਬਹਾਦਰ ਜੀ, ਜਿਨ੍ਹਾਂ ਨੂੰ ਗੁਰਦਾਸ ਨੰਗਲ ਗੜ੍ਹੀ ਵਿੱਚ ਕੈਦ ਕੀਤਾ ਗਿਆ, ਘੇਰਾ ਪੈ ਗਿਆ। 6-7 ਮਹੀਨੇ ਦਾ ਘੇਰਾ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਅਨੰਦਪੁਰ ਸਾਹਿਬ ਧਰਤੀ 'ਤੇ ਪਿਆ, ਤੇ 6-7 ਮਹੀਨਿਆਂ ਦਾ ਘੇਰਾ ਹੀ ਗੁਰਦਾਸ ਨੰਗਲ ਗੜ੍ਹੀ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿਆ ਸੀ। ਉੱਥੇ ਵੀ ਰਸ਼ਤਾਂ ਬਰਤਾਂ ਹੋ ਗਈਆਂ ਸਨ, ਪਰ ਚੜ੍ਹਦੀ ਕਲਾ ਦੇ ਵਿੱਚ ਰਹੇ ਨੇ, ਅੰਤਮ ਸਮੇਂ ਤੱਕ ਚੜ੍ਹਦੀ ਕਲਾ 'ਚ ਰਹੇ ਨੇ। ਸਾਹਮਣੇ ਪੁੱਤਰ ਨੂੰ ਸ਼ਹੀਦ ਕਰਦੇ ਨੇ, ਪੁੱਤਰ ਦਾ ਕਲੇਜਾ ਕੱਢ ਕੇ, ਦਿਲ ਕੱਢ ਕੇ ਮੁੱਖ ਤੁੰਨਿਆ ਜਾਂਦਾ ਏ, ਤੇ ਬਾਬਾ ਬੰਦਾ ਸਿੰਘ ਬਹਾਦਰ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਨੇ। ਭਾਵ ਕਹਿਣ ਦਾ ਜੋ ਗੁਰਬਾਣੀ ਦੇ ਵਿੱਚ ਆਖਿਆ ਗਿਆ ਉਹਨੂੰ ਪ੍ਰੈਕਟੀਕਲ ਕਰਕੇ ਦੱਸਿਆ ਪਾਤਸ਼ਾਹ ਨੇ। ਗੁਰੂ ਨਾਨਕ ਪਾਤਸ਼ਾਹ ਨੇ ਪਹਿਲੇ ਜਾਮੇ 'ਚ ਆਖਿਆ ਕਿ ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਹੁਣ ਆਪਾਂ ਗੱਲ ਕਰੀਏ ਕਿੰਨਿਆਂ ਨੇ ਸੀਸ ਦੇਣਾ ਕੀਤੇ ਨੇ। ਕੱਲ੍ਹ ਨੂੰ ਬਾਬਾ ਦੀਪ ਸਿੰਘ ਦਾ ਜਨਮ ਦਿਹਾੜਾ ਏ, ਉਹਨਾਂ ਪ੍ਰਤੱਖ ਤੌਰ 'ਤੇ ਆਪਣਾ ਸੀਸ ਤਲੀ ਉੱਤੇ ਰੱਖਿਆ। ਬਾਬਾ ਨੋਹ ਸਿੰਘ ਜੀ ਬਿਨਾਂ ਸੀਸ ਤੋਂ ਲੜੇ ਨੇ,
ਕਿੰਨਿਆਂ ਦੀ ਗੱਲ ਕਰੀਏ? ਭਾਵ ਕਹਿਣ ਦਾ ਜੋ ਗੁਰਬਾਣੀ ਵਿੱਚ ਪਾਤਸ਼ਾਹ ਨੇ ਬਚਨ ਉਚਾਰਨ ਕਰ ਦਿੱਤੇ ਨੇ ਤੇ ਉਹਨਾਂ ਨੂੰ ਫਿਰ ਅੱਗੇ ਸਤਿਗੁਰੂ ਜੀ ਨੇ, ਸਤਿਗੁਰ ਦੇ ਸਿੱਖਾਂ ਨੇ ਪ੍ਰੈਕਟੀਕਲ ਕਰਕੇ ਦੱਸਿਆ ਕਿ ਭਾਈ ਗੁਰਬਾਣੀ ਸੱਚ ਹੈ। ਗੁਰਬਾਣੀ ਦੇ ਅਰਥ ਕਰਕੇ ਵਿਖਾਏ ਨੇ ਕਿ ਇਹ ਹੈ ਗੁਰਬਾਣੀ। ਸਾਈਂ ਮੀਆਂ ਮੀਰ ਜੀ ਨੇ ਆਖਿਆ ਸੀ ਨਾ, ਜਦੋਂ ਸਤਿਗੁਰੂ ਜੀ ਬਾਣੀ ਪੜ੍ਹਦੇ, ਪੀਰ ਸਾਈਂ ਮੀਆਂ ਮੀਰ ਜੀ ਆਏ ਸੀ ਤੇ ਸਤਿਗੁਰੂ ਨੇ ਆਖਿਆ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤੇ ਸਾਈਂ ਪੀਰ ਸਾਈਂ ਮੀਆਂ ਮੀਰ ਜੀ ਆਖਣ ਲੱਗੇ, ਕਹਿਣ ਲੱਗੇ ਪਾਤਸ਼ਾਹ ਇਹ ਕਹਿਣ ਦੀਆਂ ਗੱਲਾਂ ਨੇ, ਆਪਣੇ ਆਪ ਨੂੰ ਅਗਨੀ ਵਿੱਚ ਜਲਾਣਾ, ਆਪਣੇ ਸਰੀਰ ਦੇ ਟੁਕੜੇ ਟੁਕੜੇ ਕਰਾਣੇ, ਇਹ ਬਹੁਤ ਔਖਾ ਹੈ। ਪੀਰ ਸਾਈਂ ਮੀਆਂ ਮੀਰ ਜੀ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤੇ ਸੀ। ਕਹਿਣ ਲੱਗੇ ਪੀਰ ਜੀ ਇਹ ਸਤਿਗੁਰਾਂ ਦੀ ਬਾਣੀ ਹੈ, ਬਾਣੀ ਬਿਲਕੁਲ ਸੱਚ ਹੈ। ਜੋ ਬਾਣੀ ਵਿੱਚ ਲਿਖਿਆ ਹੋਇਆ ਹੈ ਉਹਦੇ ਮੁਤਾਬਕ ਸਾਡੇ ਸਿੱਖ ਆਪਣੇ ਜੀਵਨ ਨੂੰ ਬਤੀਤ ਕਰਦੇ ਨੇ। ਸਮਾਂ ਆਵੇਗਾ ਤੁਹਾਡੀ ਸ਼ੰਕਾ ਨਿਵਰਤ ਕਰਾਂਗੇ, ਤੁਹਾਡੇ ਸਵਾਲ ਦਾ ਉੱਤਰ ਦਿਆਂਗੇ। ਜਦੋਂ ਫਿਰ ਗੁਰਦੇਵ ਜੀ ਲਾਹੌਰ ਦਿਉਰਾ ਸਾਹਿਬ ਗੁਰਦੁਆਰਾ ਸਾਹਿਬ ਬਣਿਆ, ਤੱਤੀ ਤਵੀ ਉੱਤੇ ਬੈਠੇ ਨੇ ਤੇ ਉੱਤੇ ਸੀਸ ਤੱਤਾ ਤੱਤਾ ਰੇਤ ਪਾਇਆ ਜਾ ਰਿਹਾ ਏ ਤੇ ਪੀਰ ਸਾਈਂ ਮੀਆਂ ਮੀਰ ਜੀ ਆਏ ਸਨ। ਇਤਿਹਾਸਕਾਰ ਲਿਖਦੇ ਨੇ ਭੁੱਬਾ ਮਾਰ ਕੇ ਪੀਰ ਸਾਈਂ ਮੀਆਂ ਮੀਰ ਜੀ ਰੋਣ ਲੱਗ ਪਏ ਸੀ। ਇਹ ਕਵੀ ਨੇ ਬੜਾ ਸੁੰਦਰ ਲਿਖਣਾ ਕੀਤਾ ਏ। ਕਹਿੰਦੇ ਨੇ ਪੀਰ ਸਾਈਂ ਮੀਆਂ ਮੀਰ ਰੋ ਰਹੇ ਨੇ। ਸਤਿਗੁਰੂ ਕਹਿਣ ਲੱਗੇ ਸਾਈਂ ਜੀ, ਪੀਰ ਜੀ ਕਿਉਂ ਰੋਂਦੇ ਹੋ? ਤੁਸੀਂ ਇਹ ਸਾਨੂੰ ਬਚਨ ਕੀਤੇ ਸੀ ਕਿ ਇੰਜ ਕਿਵੇਂ ਹੋ ਸਕਦਾ, ਕੋਈ ਆਪਣੇ ਆਪ ਜਿਉਂਦਿਆਂ ਜੀ ਅੱਗ ਵਿੱਚ ਕਿਵੇਂ ਕੋਈ ਸਾੜ ਸਕਦਾ ਹੈ, ਤੱਤੀ ਤਵੀ ਉੱਤੇ ਕਿਵੇਂ ਬੈਠ ਸਕਦਾ ਹੈ, ਉੱਬਲਦੇ ਦੇਗੇ ਵਿੱਚ ਕੌਣ ਛੱਡ ਸਕਦਾ, ਟੁਕੜੇ ਟੁਕੜੇ ਕਿਵੇਂ ਕਰਾ ਸਕਦੇ ਨੇ। ਕਹਿੰਦੇ ਨੇ ਇਹ ਤੁਹਾਡੇ ਸ਼ੰਕਾ ਨਿਵਰਤ ਕਰਨ ਹੈ। ਦੇਖੋ ਕਹਿੰਦੇ ਅੱਜ ਦੇਖੋ ਅੱਗ ਸਾਨੂੰ ਸਾੜ ਰਹੀ ਹੈ, ਸਰੀਰ ਸਾਡਾ ਸੜ ਰਿਹਾ ਪਰ ਅਸੀਂ ਡੋਲੇ ਨਹੀਂ ਹਨ। ਉਬਲਦਾ ਉਬਾਲਾ ਦੇਗਾ ਉਬਾਲੇ ਮਾਰ ਰਿਹਾ, ਪਾਣੀ ਉਬਲ ਰਿਹਾ ਏ ਪਰ ਆਪਾਂ ਨਹੀਂ ਉਬਲੇ। ਚੰਦੂ ਉਬਲ ਗਿਆ, ਜਹਾਂਗੀਰ ਬਾਦਸ਼ਾਹ ਉਬਲ ਗਿਆ ਤੇ ਮੁਰਤਜ਼ਾ ਖਾਂ ਉਬਲ ਗਿਆ ਪਰ ਆਪਾਂ ਸ਼ਾਂਤ ਰਹੇ। ਕਵੀ ਨੇ ਬੜਾ ਸੁੰਦਰ ਲਿਖਣਾ ਕੀਤਾ। ਕਹਿੰਦੇ ਜਦੋਂ ਪੀਰ ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਆਪਸ 'ਚ ਵਿਚਾਰ ਚੱਲ ਰਹੀ ਹੈ, ਸਵਾਲ ਜਵਾਬ ਹੋ ਰਿਹਾ ਏ, ਉਦੋਂ ਸਤਿਗੁਰੂ ਮਹਾਰਾਜ ਨੇ ਜੋ ਬਚਨ ਕੀਤੇ ਨੇ ਉਹਦਾ ਬਿਆਨ ਕਵੀ ਨੇ ਲਿਖਣਾ ਕੀਤਾ। ਕਹਿੰਦੇ ਨੇ ਚਾਰੋਂ ਤਰਫ ਅੱਗ ਬਰਸੇ, ਰੇਤ ਸੀ ਤਨ ਸਾੜਦਾ, ਛਾਲੇ ਛਾਲੇ ਜੁੱਸਾ ਹੋ ਗਿਆ, ਸੱਚੀ ਸਰਕਾਰ ਦਾ ਪੀਰ ਮੀਰ ਮੀਆਂ ਹਾਲ ਡਿੱਠਾ ਅਜਬ ਜਾਰਦਾ, ਹੋ ਬੇਬਲ ਰੋ ਪਿਆ ਚੀਖੇ ਤੇ ਧਾਹਾਂ ਮਾਰਦਾ, ਤੱਕ ਕਹਿਆ ਅਰਜਨ ਗੁਰੂ ਪੀਰ ਮੀਆਂ ਮੀਰ ਪ੍ਰੀਤ ਛੋਡੋ ਇਸ ਚਾਮ ਸੇ, क्या हुआ तन तप रहा है हम शांत है हर नाम से। कहते की हो गया जो साईं मियाँ मीर जी आए ने भुब्बा मार के रोन लग पे। धन गुरु अर्जन देव महाराज कहते सतगुर के शरीर उत्ते बड़े बड़े छाले देखना कीते ने, विस्फोट देखना कीते ने, ताहा मार के रो रहे आ। ਤੇ ਅੱਗੋਂ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਤੱਕ ਕਹਿਆ ਅਰਜਨ ਗੁਰੂ ਪੀਰ ਮੀਆਂ ਮੀਰ ਪ੍ਰੀਤ ਛੋਡੋ ਇਸ ਚਾਮ ਸੇ। ਇਸ ਚਾਮ ਨਾਲੋਂ ਕਹਿੰਦੇ ਪ੍ਰੀਤੀ ਛੱਡ ਦਿਓ, ਚਾਮ ਨਾਲ ਪ੍ਰੀਤੀ ਨਾ ਪਾਣਾ ਕਰੋ। ਕੀ ਹੋ ਗਿਆ? ਸਾਡਾ ਤਨ ਸੜ ਰਿਹਾ, ਸਰੀਰ ਸੜ ਰਿਹਾ ਏ ਪਰ ਸਾਡੇ ਅੰਦਰ ਨਾਮ ਦੀ ਛਮਾ ਜਗੀ ਹੋਈ ਹੈ। ਨਾਮ ਦੀ ਛਮਾ ਜਗਣ ਕਰਕੇ ਸਾਡਾ ਸਰੀਰ ਬਿਲਕੁਲ ਅੰਦਰ ਜਿਹੜਾ ਸਾਡਾ ਬਿਲਕੁਲ ਠੰਡਾ ਹੈ ਤੇ ਸਾਨੂੰ ਇਹ ਅੱਗ ਸਾਡੇ ਅੰਦਰ ਨੂੰ ਨਹੀਂ ਖਤਮ ਕਰ ਸਕਦੀ ਹੈ। ਸਰੀਰ ਸਾਡਾ ਸਾੜ ਸਕਦੀ ਹੈ, ਸਰੀਰ ਨੂੰ ਸੁਆਹ ਕਰ ਸਕਦੀ ਹੈ ਪਰ ਸਾਡੇ
ਜ਼ਮੀਰ ਨੂੰ ਨਹੀਂ ਮਾਰ ਸਕਦੀ ਹੈ। ਸਾਡਾ ਜ਼ਮੀਰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਵਿੱਚ ਹੈ। ਸੋ ਕਹਿਣ ਦਾ ਭਾਵ ਹੈ ਗੁਰੂ ਸਵਾਰੇ, ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਬਚਨ ਕੀਤੇ ਨੇ ਉਹਨਾਂ ਬਚਨਾਂ ਨੂੰ ਸੱਤ ਕਰਕੇ ਵਿਖਲਾਇਆ ਹੈ, ਪ੍ਰੈਕਟੀਕਲ ਕਰਕੇ ਦਿਖਾਇਆ ਹੈ। ਸੋ ਇੱਥੇ ਸਤਿਗੁਰੂ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਲੋਕ ਕੇਵਲ ਪੜ੍ਹਨ ਤੱਕ ਸੀਮਤ ਨੇ, ਪੜ੍ਹਦੇ ਹਨ ਪਰ ਅਮਲ ਨਹੀਂ ਕਰਦੇ। ਉਹਨਾਂ ਦੇ ਬਾਬਤ ਕਹਿੰਦੇ ਵੇਦ ਪੜ੍ਹੇ ਪੰਡਿਤ ਲੋਕ, ਵੇਦ ਪਾਠੀ, ਕਹਿੰਦੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਪੜ੍ਹਦੇ ਹਨ ਪਰ ਹਰ ਨਾਮ ਨਾ ਬੂਝੈ, ਹਰੀ ਪਰਮਾਤਮਾ ਦੇ ਨਾਮ ਨੂੰ ਬੁੱਝਦੇ ਨਹੀਂ, ਜਾਣਦੇ ਨਹੀਂ ਹਨ। ਹਾਲਤ ਕੈਸੀ ਹੋ ਗਈ? ਮਾਇਆ ਕਾਰਨ ਪੜ੍ਹ ਪੜ੍ਹ ਲੂਝੈ। ਕਿ ਬੇਪੰਡਿਤ ਜੀ ਵੇਦ ਸ਼ਾਸਤਰ ਪੜ੍ਹਦੇ ਨੇ ਤੇ ਪੜ੍ਹਦਿਆਂ ਕਹਿੰਦੇ ਜਦੋਂ ਇਹ ਦੇਖਦੇ ਨੇ ਕਿ ਸ਼ਰਧਾਲੂ ਨੇ ਕਿੰਨੇ ਪੈਰ ਰੱਖਣਾ ਕੀਤੇ ਨੇ, ਕਿੰਨਾ ਮੱਥਾ ਟੇਕਿਆ ਏ, ਕਹਿੰਦੇ ਇਸ ਤਰ੍ਹਾਂ ਲੂਝਦੇ, ਇਸ ਝੁਰਦੇ ਫਿਰਦੇ ਨੇ ਬਾਰ-ਬਾਰ, ਤੇ ਇਸ ਤਰ੍ਹਾਂ ਮਾਇਆ ਦੇ ਵਿੱਚ ਹੀ ਸੁਰਤੀ ਰਹਿੰਦੀ ਹੈ। ਤੇ ਇਹੋ ਜਿਹੀ ਉਹਨਾਂ ਲੋਕਾਂ ਦੀ ਹਾਲਤ ਹੈ। ਦੇਖੋ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ, ਇੱਕ ਪਾਂਡੇ ਨਾਲ ਸਤਿਗੁਰ ਦਾ ਮਿਲਾਪ ਹੋਇਆ। ਕਹਿੰਦੇ ਨੇ ਪਾਂਡਾ ਕੀ ਦੇਖਿਆ ਪਾਤਸ਼ਾਹ ਜੀ ਨੇ ਕਿ ਪਾਂਡੇ ਦੇ ਅੱਗੇ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਬੈਠੇ ਨੇ ਤੇ ਪਾਂਡਾ ਆਪਣੇ ਨੇਤਰ ਬੰਦ ਕਰਦਾ, ਨੇਤਰ ਬੰਦ ਕਰਕੇ ਆਖਦਾ, ਕਦੇ ਨੱਕ ਉੱਤੇ ਉਂਗਲਾਂ ਰੱਖ ਕੇ ਨੱਕ ਨੂੰ ਬੰਦ ਕਰਦਾ, ਨੇਤਰ ਬੰਦ ਕਰਦਾ ਤੇ ਕਹਿੰਦਾ ਏ ਮੈਨੂੰ ਤਰਲੋਕੀ ਦੀ ਸੋਝੀ ਹੈ, ਤਿੰਨਾਂ ਲੋਕਾਂ ਤੱਕ ਮੇਰੀ ਪਹੁੰਚ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਇੱਥੇ ਪਹੁੰਚ ਗਏ। ਭਾਈ ਮਰਦਾਨਾ ਜੀ ਨਾਲ ਦੇਖਦੇ ਨੇ ਕੀ ਚੱਕਰ ਕੀ ਹੈ, ਕਿਹੜੀ ਖੇਡ ਵਰਤ ਰਹੀ ਹੈ। ਕਹਿੰਦੇ ਉਸ ਸਮੇਂ ਜਦੋਂ ਇਹਨਾਂ ਆਖਿਆ ਨਾ ਕਿ ਮੈਂ ਤਿੰਨਾਂ ਲੋਕਾਂ ਦੀ ਸੋਝੀ ਹੈ, ਆਪਣੇ ਨੱਕ ਬੰਦ ਕਰਕੇ ਉਂਗਲਾਂ ਦੇ ਨਾਲ ਨੱਕ ਬੰਦ ਕਰ ਲਿਆ, ਅੱਖਾਂ ਬੰਦ ਕਰ ਲਈਆਂ, ਇਸ ਤਰ੍ਹਾਂ ਕੁਝ ਸਮੇਂ ਇਸ ਤਰ੍ਹਾਂ ਬੈਠਾ ਰਿਹਾ। ਅੱਗੇ ਇੱਕ ਛੋਟਾ ਜਿਹਾ ਬਰਤਨ ਰੱਖਿਆ ਹੋਇਆ ਸੀ ਜਿਹਦੇ 'ਚ ਲੋਕ ਮੱਥਾ ਟੇਕਦੇ ਸਨ, ਮਾਇਆ ਪਾ ਰਹੇ ਸੀ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨਾ ਜੀ ਨੂੰ ਇਸ਼ਾਰਾ ਕੀਤਾ ਤੇ ਭਾਈ ਮਰਦਾਨਾ ਜੀ ਨੇ ਉਹ ਜਿਹੜਾ ਬਰਤਨ ਸੀ ਤੇ ਮਾਇਆ ਪਈ ਹੋਈ ਸੀ ਉਹਨੂੰ ਚੁੱਕ ਕੇ ਪਿਛਲੇ ਪਾਸੇ ਲੁਕੋ ਦਿੱਤਾ। ਜਦੋਂ ਬਰਤਨ ਲੁਕੋਇਆ ਥੋੜ੍ਹੀ ਦੇਰ ਬਾਅਦ ਨੇਤਰ ਖੋਲ੍ਹੇ। ਹੁਣ ਮਾਇਆ ਧਾਰਿਆ ਅੰਨਾ ਬੋਲਾ ਹੋ ਜਾਂਦਾ, ਸਿੱਧੀ ਨਿਗਾਹ ਆਪਣੇ ਉਸ ਬਰਤਨ ਉੱਤੇ ਪਈ ਕਿ ਮੇਰਾ ਬਰਤਨ ਕਿੱਥੇ ਹੈ। ਉਸ ਸਮੇਂ ਰੌਲਾ ਪਾ ਲਿਆ, ਚੋਰੀ ਹੋ ਗਈ, ਕਿਸੇ ਨੇ ਚੋਰੀ ਕਰ ਲਈ ਮੇਰੇ ਮਾਇਆ ਦੀ। ਤੇ ਜਦੋਂ ਇਸ ਤਰ੍ਹਾਂ ਰੌਲਾ ਪਾ ਰਿਹਾ ਹੈ ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਇਸ ਪਾਂਡੇ ਵੱਲ ਦੇ ਕੇ ਹੱਸਦੇ ਮੁਸਕਰਾਉਂਦੇ ਨੇ। ਇਹ ਪੁੱਛਦਾ, ਕਹਿਣ ਲੱਗ ਤੁਸੀਂ ਤਾਂ ਚੋਰੀ ਨਹੀਂ ਕੀਤੀ ਹੈ, ਤੁਸੀਂ ਮੇਰੇ ਵੱਲ ਦੇ ਕੇ ਹੱਸਦੇ ਹੋ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਜਿਹੜੇ ਚੋਰ ਲੋਕ ਹੁੰਦੇ ਨੇ ਨਾ ਉਹਨਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਨੇ। ਜਿਹੜੇ ਚੋਰੀ ਕਰਨ ਦੀ ਨਾ ਆਦਤ ਪਈ ਹੁੰਦੀ ਨਾ, ਅਮਲੀ ਦੇ ਭਾਣੇ ਸਾਰੇ ਅਮਲੀ ਨੇ, ਚੋਰ ਦੇ ਭਾਣੇ ਸਾਰੇ ਚੋਰ ਨੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਪਾਂਡੇ ਜੀ ਤੁਹਾਡੀ ਪਹੁੰਚ ਤਾਂ ਤਿੰਨ ਲੋਕਾਂ ਤੱਕ ਹੈ, ਤਰਲੋਕੀ ਤੱਕ ਤੁਹਾਡੀ ਪਹੁੰਚ ਹੈ। ਸੁਰਤੀ ਕਰ ਤੁਸੀਂ ਦੇਖ ਲੈਂਦੇ ਹੋ ਤੁਸੀਂ ਕਿ ਤਿੰਨਾਂ ਲੋਕਾਂ 'ਚ, ਮਾਤ ਲੋਕ 'ਚ ਕੀ ਹੋ ਰਿਹਾ, ਸਵਰਗ 'ਚ ਕੀ ਹੋ ਰਿਹਾ, ਪਤਾਲ 'ਚ ਕੀ ਹੋ ਰਿਹਾ, ਤੁਹਾਨੂੰ ਸੋਝੀ ਹੈ। ਤੁਸੀਂ ਆਪਣੀ ਵਿਦਪਤਾ ਦੇ ਨਾਲ ਦੇਖਣਾ ਕਰੋ, ਅੰਤਰ ਧਿਆਨ ਹੋ ਕੇ ਤੁਹਾਡਾ ਬਰਤਨ ਕਿੱਥੇ ਪਿਆ ਮਾਇਆ ਵਾਲਾ। ਤੇ ਪੰਡਤ ਜੀ ਨੇ ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਆਇਆ, ਕਹਿਣ ਲੱਗਿਆ ਪਾਤਸ਼ਾਹ ਜੀ ਮੈਨੂੰ ਖਿਮਾ ਕਰਨੀ, ਮੈਂ ਤਾਂ ਆਪਣੀ ਰੋਜੀ ਰੋਟੀ ਚਲਾਉਣ ਵਾਸਤੇ ਇਹ ਪ੍ਰਪੰਚ ਕਰ ਰਿਹਾ ਹਾਂ। ਇਹ ਭੋਲੇ ਭਾਲੇ ਲੋਕ ਮੇਰੇ ਮਗਰ ਲੱਗੇ ਹੋਏ ਨੇ। ਮੈਂ ਇਹਨਾਂ ਨੂੰ ਆਖਦਾ ਕਿ ਮੈਂ ਨੱਕ ਬੰਦ ਕਰਦਾ ਤੇ ਅੱਖਾਂ ਬੰਦ ਕਰਦਾ ਤੇ ਕਹਿੰਦਾ ਤਰਲੋਕੀ ਦੀ ਮੈਨੂੰ ਸੋਝੀ ਹੈ ਤੇ ਲੋਕ ਮੈਨੂੰ ਪੂਜਣ ਲੱਗ ਪਏ। ਪਾਤਸ਼ਾਹ ਪਰਿਵਾਰ ਦੀ ਪਾਲਣਾ ਪੋਸ਼ਣਾ ਹਿੱਤ ਮੈਂ ਇਸ ਤਰ੍ਹਾਂ ਲੱਗਿਆ ਕਿ ਪਾਤਸ਼ਾਹ ਕਿਰਪਾ ਕਰੋ ਮੇਰਾ ਪਾਜ ਨਾ ਉਘਾੜਨਾ ਕਰੋ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਫਿਰ ਸਾਡੇ ਨਾਲ ਵਾਅਦਾ ਕਰਕੇ ਅੱਜ ਤੋਂ ਬਾਅਦ ਇਹ ਪਖੰਡ ਨਹੀਂ ਕਰਨਾ। ਜੇ ਤਾਂ ਤੂੰ ਪਖੰਡ ਕਰੇਗਾ ਫਿਰ ਤਾਂ ਤੇਰਾ ਪਾਜ ਸਾਰਿਆਂ ਵਿੱਚ ਉਘਾੜ ਦਿੱਤਾ ਜਾਵੇਗਾ। ਵਾਅਦਾ ਕਰ ਅੱਜ ਤੋਂ ਬਾਅਦ 10 ਨੋਹਾਂ ਦੀ ਕਿਰਤ ਕਰਨੀ ਹੈ, ਪਰ ਨਾਲ ਇਹ ਪਖੰਡ ਵਾਲੇ ਕਰਮ ਨਹੀਂ ਕਰਨੇ।
ਤੇ ਦਸਾਂ ਰੋਹਾਂ ਦਿਨਾਂ ਦੀ ਕਿਰਤ ਕਰਕੇ ਤੇਰਾ ਕੰਮ ਹੈ, ਪੰਡਤ ਦਾ ਕੰਮ ਹੈ ਵੇਦ ਸ਼ਾਸਤਰ ਪੜ੍ਹਨੇ, ਧਾਰਮਿਕ ਗ੍ਰੰਥ ਪੜ੍ਹਨੇ, ਪੜ੍ਹ ਕੇ ਉਹਨਾਂ ਦੀ ਵਿਚਾਰ ਦੁਨੀਆ ਦੇ ਲੋਕਾਂ ਤੱਕ ਪਹੁੰਚਾਉਣੀ, ਇਹ ਤੇਰਾ ਫਰਜ਼ ਬਣਦਾ ਹੈ। ਪਰ ਇਹੋ ਜਿਹੇ ਪਖੰਡ ਨਹੀਂ ਕਰਨੇ ਹਨ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਿਰ ਸ਼ਬਦ ਉਚਾਰਨ ਕੀਤਾ ਸੀ ਕਿ ਕਾਲ ਨਾਹੀ ਜੋਗ ਨਾਹੀ ਸਤ ਕਾ ਢੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ, ਕਲ ਮੈਂ ਰਾਮ ਨਾਮ ਸਾਰ, ਅੱਖੀ ਤਾਂ ਮੀਟੈ ਨਾਕ ਪਕੜੈ ਠਗਣ ਕੋ ਸੰਸਾਰ। ਇਹ ਸ਼ਬਦ ਉਚਾਰਿਆ ਤੇ ਪਾਤਸ਼ਾਹ ਦੇ ਅੱਖਾਂ ਮੀਟਦਾ, ਨੱਕ ਪਕੜਦਾ, ਕਹਿੰਦੇ ਜੱਗ ਦੇ ਲੋਕਾਂ ਨੂੰ ਠੱਗ ਰਿਹਾ ਹੈ। ਆਂਟ ਸੇਤੀ ਨਾਕ ਪਕੜੈ ਠਗਣ ਕੋ ਸੰਸਾਰ, ਉਂਗਲ ਦੇ ਨਾਲ ਅੰਗੂਠੇ ਦੇ ਨਾਲ ਕਹਿੰਦੇ ਨੱਕ ਪਕੜਦਾ, ਇਸ ਤਰ੍ਹਾਂ ਲੋਕਾਂ ਨੂੰ ਠੱਗਦਾ ਫਿਰਦਾ। ਇਸ ਤਰ੍ਹਾਂ ਕਹਿੰਦੇ ਰੱਬ ਦੀ ਪ੍ਰਾਪਤੀ ਨਹੀਂ ਹੋਣੀ ਹੈ। ਰੱਬ ਦੀ ਪ੍ਰਾਪਤੀ ਕਰਨ ਦੇ ਲਈ ਉਹਦੀ ਇਬਾਦਤ ਕਰਨੀ ਪਵੇਗੀ। ਜਿਹੜੇ ਧਾਰਮਿਕ ਗ੍ਰੰਥ ਪੜ੍ਹਦਾ ਹੈ ਕਹਿੰਦੇ ਉਹਨਾਂ ਧਾਰਮਿਕ ਗ੍ਰੰਥਾਂ ਦੇ ਰਾਹੀਂ ਉਹਨਾਂ ਦਾ ਉਪਦੇਸ਼ ਹੀ ਮੰਨਣਾ ਕਰ। ਉਹ ਕਹਿੰਦੇ ਨੇ ਨਾਮ ਜਪ ਬੰਦਗੀ ਕਰ, ਕਹਿੰਦੇ ਆਪ ਜਪਣਾ ਕਰ, ਫਿਰ ਦੂਜਿਆਂ ਨੂੰ ਉਪਦੇਸ਼ ਦੇਣਾ ਕਰ। ਤੇ ਸਤਿਗੁਰੂ ਮਹਾਰਾਜ ਕਹਿੰਦੇ ਪਰ ਲੋਕਾਂ ਦੀ ਹਾਲਤ ਕੈਸੀ ਹੋ ਗਈ, ਮਾਇਆ ਕਾਰਨ ਪੜ੍ਹ ਲੂਝੈ, ਵੇਦ ਪੜ੍ਹੈ ਹਰ ਨਾਮ ਨਾ ਬੂਝੈ। ਵੇਦ ਸ਼ਾਸਤਰ ਪੜ੍ਹਦੇ ਨੇ, ਧਾਰਮਿਕ ਗ੍ਰੰਥ, ਹਰੀ ਪਰਮਾਤਮਾ ਨਾਮ ਨੂੰ ਬੁੱਝਦੇ ਜਾਣਦੇ ਨਹੀਂ ਹਨ। ਤੇ ਹਾਲਤ ਕੈਸੀ, ਮਾਇਆ ਕਾਰਨ, ਮਾਇਆ ਦੇ ਕਾਰਨ ਹੀ ਪੜ੍ਹ ਲੂਝੈ, ਪੜ੍ਹ ਕੇ ਲੂਝ ਰਹੇ ਹਨ। ਭਾਵ ਆਪਣੇ ਗੁਜ਼ਰਾਨ ਦਾ ਸਾਧਨ ਬਣਾ ਲਿਆ, ਪਰ ਆਪ ਕਮਾਈ ਕਰਨੀ ਛੱਡ ਦਿੱਤੀ, ਆਪ ਨਿਤਨੇਮ ਨਹੀਂ ਕੀਤਾ, ਆਪ ਸਿਮਰਨ ਨਹੀਂ ਕੀਤਾ, ਆਪ ਅੰਮ੍ਰਿਤ ਵੇਲੇ ਨੂੰ ਉੱਠਿਆ, ਰੁਜ਼ਗਾਰ ਦਿੱਤਾ ਹੈ ਪਰਮਾਤਮਾ ਦੀ ਜਿਹੜੀ ਬਾਣੀ ਪੜ੍ਹਨੀ ਹੈ, ਕਥਾ ਕਰਨੀ, ਕੀਰਤਨ ਕਰਨਾ, ਪਾਖੰਡ ਪਾਠ ਕਰਨੇ, ਇਹ ਸਾਡਾ ਰੁਜ਼ਗਾਰ ਇੱਕ ਤਰ੍ਹਾਂ ਦਾ। ਪਰ ਇਹਦੇ ਨਾਲ ਗੁਰੂ ਸਾਹਿਬ ਸਾਨੂੰ ਅਭਿਆਸ ਵੀ ਕਰਨਾ ਚਾਹੀਦਾ ਹੈ, ਨਿਤਨੇਮ ਆਪਣਾ ਕਰਨਾ ਚਾਹੀਦਾ ਹੈ, ਸਿਮਰਨ ਅੰਮ੍ਰਿਤ ਉੱਠਣਾ ਚਾਹੀਦਾ ਹੈ। ਫਿਰ ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਦੀ ਆਪਾਂ ਪਾਤਰ ਬਣਾਂਗੇ। ਤੇ ਸਤਿਗੁਰੂ ਕਹਿੰਦੇ ਐ ਫੰਡੇ ਪਾਂਡੇ ਮਾਇਆ ਕਾਰਨ, ਕਹਿੰਦੇ ਪੜ੍ਹ ਲੂਝਾ। ਇਸ ਤਰ੍ਹਾਂ ਪੜ੍ਹ ਕੇ ਲੂਝ ਰਿਹਾ ਹੈ। ਇਹ ਖਿਆਲ ਰੱਖਦਾ ਕਿ ਮੈਨੂੰ ਇੱਧਰੋਂ ਵੀ ਮਾਇਆ ਉੱਧਰੋਂ ਵੀ ਮਾਇਆ ਆ ਜਾਵੇ। ਅੰਤਰ ਮੈਲ ਅਗਿਆਨੀ ਅੰਧਾ, ਕਿਉਂ ਕਰ ਦੁੱਤਰ ਤਰੀਜੈ ਹੈ। ਅੰਦਰ ਕਹਿੰਦੇ ਅਗਿਆਨ ਮੈਲ ਹੈ ਤੇਰੇ। ਮੈਲ ਕਿਹੜੀ ਹੈ? ਵਿਕਾਰਾਂ ਦੀ ਮੈਲ, ਵਿਸ਼ਿਆਂ ਦੀ ਮੈਲ। ਤੂੰ ਅਗਿਆਨੀ ਹੋਇਆ ਫਿਰਦਾ ਹੈ। ਅਗਿਆਨੀ ਪੁਰਸ਼ ਕੈਸਾ ਹੁੰਦਾ? ਉਹ ਅੰਧਲਾ ਹੈ, ਉਹਨੂੰ ਕਿਸੇ ਪਰ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ। ਜੇ ਮਨਾਖੇ ਇਨਸਾਨ ਨੂੰ ਸੰਸਾਰ 'ਚ ਕੁਝ ਦਿਖਾਈ ਨਹੀਂ ਦਿੰਦਾ ਹੈ, ਇਸੇ ਤਰ੍ਹਾਂ ਜਿਹੜਾ ਅਗਿਆਨਤਾ ਕਰਕੇ ਅੰਧਲਾ ਪੁਰਸ਼ ਹੈ ਨਾ, ਉਹਨੂੰ ਗੁਰੂ ਸਵਾਰੇ ਕੁਝ ਵੀ ਦਿਖਾਈ ਨਹੀਂ ਦਿੰਦਾ ਹੈ। ਅਗਿਆਨਤਾ ਵਸ ਹੋ ਕੇ ਅਨੇਕਾਂ ਪ੍ਰਕਾਰ ਦੇ ਇਹੋ ਜਿਹੇ ਉਹ ਕਰਮ ਕਰਦਾ ਹੈ, ਜਿਹੜੇ ਕਰਮ ਕਰਨ ਲਈ ਸਾਨੂੰ ਸਾਡੇ ਗੁਰੂ ਸਾਹਿਬਾਨ ਜੀ ਇਜਾਜ਼ਤ ਨਹੀਂ ਦਿੰਦੇ ਹਨ। ਤੇ ਸਤਿਗੁਰੂ ਦਾ ਇੱਥੋਂ ਤੱਕ ਸਮਝਾਉਂਦੇ ਨੇ, ਕਹਿੰਦੇ ਸਿੱਖਾ ਜੇ ਤੂੰ ਚੰਗੇ ਕਰਮ ਵੀ ਕਰਦਾ ਨਾ, ਤੂੰ ਬਾਣੀ ਪੜ੍ਹਦਾ, ਅੰਮ੍ਰਿਤ ਵੇਲੇ ਉੱਠਦਾ ਹੈ, ਲੋਕ ਭਲਾਈ ਦੇ ਕੰਮ ਕਰਦਾ ਏ, ਤੇ ਸਿੱਖਾ ਤਾਂ ਕਦੇ ਆਪਣੇ ਮਨ 'ਚ ਮਾਣ ਨਹੀਂ ਆਣ ਦੇਣਾ ਕਿ ਮੈਂ ਉੱਠਦਾ ਹਾਂ, ਮੈਂ ਸੇਵਾ ਕਰਦਾ ਹਾਂ, ਮੈਂ ਲੋਕ ਭਲਾਈ ਦੇ ਕੰਮ ਕਰਦਾ ਹਾਂ। ਕਹਿੰਦੇ ਇਹ ਮਾਣ ਨਹੀਂ ਆਪਣੇ ਮਨ 'ਚ ਆਣ ਦੇਣਾ, ਤੇ ਬਾਰ-ਬਾਰ ਬੇਨਤੀਆਂ ਕਰੀ ਜਾਣੀਆਂ ਨੇ, ਬਾਰ-ਬਾਰ ਬੇਨਤੀਆਂ ਕਰਨੀਆਂ ਨੇ। ਸਤਿਗੁਰੂ ਕਿਵੇਂ ਬੇਨਤੀਆਂ ਕਰਨੀਆਂ ਨੇ? ਤੇ ਪਾਤਸ਼ਾਹ ਕਹਿੰਦੇ ਇੰਝ ਆਖਣਾ ਸਤਿਗੁਰੂ ਦੇ ਚਰਨਾਂ 'ਚ ਕਿ ਹਮ ਅੰਧਲੈ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਕਿ ਸਤਿਗੁਰੂ ਸਾਨੂੰ ਆਪਣੇ ਪੱਲੇ ਨਾ ਲਾਣਾ ਕਰੋ। ਕਹਿੰਦੇ ਇਸ ਤਰ੍ਹਾਂ ਸੇਵਾਵਾਂ ਕਰਦਿਆਂ ਹੋਇਆਂ ਵੀ ਬਾਰ-ਬਾਰ ਸਤਿਗੁਰ ਦੇ ਚਰਨਾਂ 'ਚ ਬੇਨਤੀਆਂ ਕਰਨੀਆਂ, ਕਦੇ ਆਪਣਾ ਆਪ ਨਹੀਂ ਜਨਾਣਾ। ਫਿਰ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਹੀ ਪਾਤਸ਼ਾਹ ਦਾ ਫਰਮਾਨ ਹੈ। ਭਗਤ ਨਾਮਦੇਵ ਸਾਹਿਬ ਨੂੰ ਪੁੱਛੋ, ਕਹਿੰਦੇ ਨੇ ਮੈਂ ਅੰਧਲੇ ਕੀ ਟੇਕ, ਤੇਰਾ ਨਾਮ ਖੁੰਦਕਾਰਾ, ਮੈਂ ਗਰੀਬ ਮੈਂ ਮਸਕੀਨ, ਤੇਰਾ ਨਾਮ ਹੈ ਆਧਾਰਾ। ਹੇ ਪਰਮਾਤਮਾ,
ਮੇਰੇ ਅੰਦਰਲੇ ਦੀ ਟੇਕ ਕੀ ਹੈ। ਜਿਵੇਂ ਅੰਦਰਲੇ ਦੀ ਟੇਕ ਡੰਗੋਰੀ ਹੁੰਦੀ, ਡੰਡਾ ਹੁੰਦਾ ਏ, ਸੋਟੀ ਹੁੰਦੀ ਹੈ, ਇਸੇ ਤਰ੍ਹਾਂ ਮੈਂ ਵੀ ਅਗਿਆਨਤਾ ਵਸ ਹੋਣ ਕਰਕੇ ਅੰਧਲਾ ਹਾਂ ਤੇ ਤੇਰਾ ਨਾਮ ਮੇਰਾ ਸਹਾਰਾ ਹੈ। ਮੈਂ ਗਰੀਬ ਹਾਂ, ਮੈਂ ਮਸਕੀਨ, ਅਤ ਦਾ ਗਰੀਬ, ਗਰੀਬ ਦਾ ਗਰੀਬ, ਤੇਰਾ ਨਾਮ ਖੁੰਦਕਾਰਾ, ਤੇਰਾ ਨਾਮ ਹੀ ਮੇਰੀ ਸਭ ਕੁਝ ਹੈ ਪਰਮਾਤਮਾ। ਤੇ ਇਹ ਬੇਨਤੀਆਂ ਕਰਨ ਦਾ ਤਰੀਕਾ ਸਤਿਗੁਰੂ ਨੂੰ ਦੱਸਿਆ, ਗੁਰਬਾਣੀ ਕਿਵੇਂ ਬੇਨਤੀ ਕਰਨੀ ਹੈ। ਪਰ ਪਾਤਸ਼ਾਹ ਕਹਿੰਦੇ ਨੇ ਅੰਤਰ ਕਹਿੰਦੇ ਮੈਲ ਹੈ, ਵਿਸ਼ਿਆਂ ਦੀ, ਵਿਕਾਰਾਂ ਦੀ, ਅਗਿਆਨੀ ਹੈ, ਕਿਸੇ ਪਰ ਸਮਝ ਨਹੀਂ, ਅੰਧਾ ਹੋਇਆ ਫਿਰਦਾ ਹੈ। ਕਿਉਂ ਦੁੱਤਰ ਤਰੀਜਾ ਹੈ, ਜਿਹੜਾ ਇਹ ਸੰਸਾਰ ਸਮੁੰਦਰ ਤੋਂ ਤਰਨਾ ਬੜਾ ਔਖਾ ਹੈ। ਇਹ ਸੰਸਾਰ ਸਮੁੰਦਰ ਤੋਂ ਕਹਿੰਦੇ ਕਿਵੇਂ ਭਾਈ ਤਰਨਾ ਕਰੀਏ, ਨਹੀਂ ਤਰਿਆ ਜਾ ਸਕਦਾ ਹੈ। ਵੇਦ ਬਾਦ ਸਭ ਆਖ ਵਖਾਣ ਹੈ, ਨਾ ਅੰਤਰ ਭੀਜੈ ਨਾ ਸ਼ਬਦ ਪਛਾਣੈ। ਗੁਰੂ ਪਾਤਸ਼ਾਹ ਜੀ ਬਚਨ ਕਰਦੇ ਨੇ, ਆਮ ਤੌਰ 'ਤੇ ਸਮੁੱਚੇ ਜੱਗ ਦੇ ਵਿੱਚ ਅਜੋਕਾ ਸਮਾਂ ਇਹੋ ਜਿਹਾ ਹੋ ਚੁੱਕਾ ਏ, ਹਰ ਇੱਕ ਮਨੁੱਖ ਕਹਿੰਦਾ ਕਿ ਮੇਰਾ ਧਰਮ ਚੰਗਾ ਹੈ। ਹਿੰਦੂ ਕਹਿੰਦੇ ਨੇ ਸਾਡਾ ਧਰਮ ਚੰਗਾ ਹੈ, ਮੁਸਲਮਾਨ ਕਹਿੰਦੇ ਸਾਡਾ ਧਰਮ ਚੰਗਾ ਹੈ, ਤੇ ਇਸੇ ਤਰ੍ਹਾਂ ਈਸਾਈ ਕਹਿੰਦੇ ਸਾਡਾ ਧਰਮ ਚੰਗਾ ਹੈ, ਤੇ ਸਿੱਖ ਕਹਿੰਦੇ ਸਾਡਾ ਧਰਮ ਚੰਗਾ ਹੈ। ਹਰ ਇੱਕ ਦੀ ਇਹ ਹੋੜ ਲੱਗੀ ਹੋਈ ਹੈ ਕਿ ਅਸੀਂ, ਸਾਡਾ ਧਰਮ ਜਿਹੜਾ ਸਭ ਤੋਂ ਵੱਡਾ ਹੈ। ਪਰ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ, ਗੁਰਬਾਣੀ ਵਿੱਚ ਪਾਤਸ਼ਾਹ ਨੂੰ ਪੁੱਛੀਏ ਕਿ ਪਾਤਸ਼ਾਹ ਧਰਮ ਕਿਹੜਾ ਵਧੀਆ ਹੈ, ਕਿਹੜਾ ਧਰਮ ਚੰਗਾ ਹੈ, ਤੇ ਸਤਿਗੁਰੂ ਮਹਾਰਾਜ ਉੱਤਰ ਦਿੰਦੇ ਨੇ, ਕਹਿੰਦੇ ਨੇ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਉਤਮ ਕਰਮ। ਜਿਸ ਧਰਮ ਦੇ ਵਿੱਚ ਕਹਿੰਦੇ ਹਰੀ ਪਰਮਾਤਮਾ ਦਾ ਨਾਮ ਜਪਿਆ ਜਾਂਦਾ, ਇਹ ਉੱਤਮ ਕਰਮ ਕੀਤਾ ਜਾਂਦਾ ਏ, ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਨੇ, ਤੇ ਅਸਲ ਵਿੱਚ ਫਿਰ ਕਹਿੰਦੇ ਉਹ ਧਰਮ ਸਭ ਤੋਂ ਸ੍ਰੇਸ਼ਟ ਹੈ। ਉਹ ਧਰਮ ਕਹਿੰਦੇ ਹੋਣਾ ਜ਼ਰੂਰੀ ਹੈ। ਪਰ ਗੁਰੂ ਸਾਹਿਬਾਨ ਨੇ ਇਹ ਖਾਲਸੇ ਦੇ ਗੁਰੂ ਸਰੇ ਬਖਸ਼ਿਸ਼ ਕੀਤੀ ਹੈ। ਸਿੱਖ ਧਰਮ ਦੇ ਵਿੱਚ ਹਰੀ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਤੇ ਨਾਲ ਲੋਕ ਭਲਾਈ ਦੇ ਕੰਮ ਕੀਤੇ ਜਾਂਦੇ ਨੇ। ਜਦੋਂ ਜਦੋਂ ਵੀ, ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ, ਜਦੋਂ ਜਦੋਂ ਵੀ ਸੰਸਾਰ ਉੱਤੇ ਵਿਪਤਾ ਦਾ ਸਮਾਂ ਆਇਆ, ਕਿਤੇ ਭੁਚਾਲ ਆਏ ਤੇ ਲੋਕਾਂ ਦਾ ਨੁਕਸਾਨ ਹੋਇਆ, ਉੱਥੇ ਜਾ ਕੇ ਗੁਰੂ ਕੇ ਖਾਲਸਿਆਂ ਲੰਗਰ ਲਾ ਤੇ ਲੋੜਵੰਦਾਂ ਦੀ ਸਹਾਇਤਾ ਕਰ ਦਿੱਤੀ। ਜੇ ਗੁਰੂ ਹੜ੍ਹ ਆਏ ਨੇ, ਹੜ੍ਹ ਪੀੜਤ ਲੋਕਾਂ ਦੇ ਲਈ ਜਿਹਦੇ ਘਰ ਹੜ੍ਹ ਗਏ, ਨੁਕਸਾਨ ਹੋ ਗਿਆ, ਉੱਥੇ ਜਾ ਕੇ ਗੁਰੂ ਕੇ ਖਾਲਸੇ ਨੇ ਜਾ ਕੇ ਲੋਕ ਭਲਾਈ ਦੇ ਕੰਮ ਕਰਨ ਹਿੱਤ ਉਹਨਾਂ ਦੇ ਘਰ ਬਣਾ ਕੇ ਦੇਣਾ ਕੀਤੇ ਨੇ। ਜੇ ਕੋਈ ਬਿਮਾਰੀ ਫੈਲੀ ਹੈ, ਜਿਵੇਂ ਹੁਣ ਕਰੋਨਾ ਵਾਇਰਸ ਫੈਲਿਆ ਸੀ, ਤੇ ਲੋਕ ਗੁਰੂ ਕੇ ਖਾਲਸੇ ਨੇ ਜਿੱਥੇ ਗੁਰੂ ਸਵਾਰੇ ਲੰਗਰ ਲਾਏ ਨੇ, ਉੱਥੇ ਪ੍ਰਤੱਖ ਤੌਰ 'ਤੇ ਮੈਡੀਸਨ ਦੇ ਲੰਗਰ ਵੀ ਲਾਣਾ ਕੀਤੇ ਨੇ। ਭਾਵ ਸਤਿਗੁਰੂ ਨੇ ਦੱਸਿਆ ਏ ਕਿ ਨਾਲ ਜਿੱਥੇ ਨਾਮ ਜਪਣਾ ਏ, ਉੱਥੇ ਪਰਉਪਕਾਰ ਵੀ ਕਰਨਾ ਏ। ਪਹਿਲਾਂ ਵੀ ਦਾਸ ਨੇ ਬੇਨਤੀ, 3 ਪ੍ਰਕਾਰ ਦੇ ਕੰਮ ਨੇ, ਇੱਕ ਕਾਰ, ਇੱਕ ਉਪਕਾਰ, ਇੱਕ ਪਰਉਪਕਾਰ। ਕਾਰ ਆਪਾਂ ਸਾਰੇ ਘਰ ਦਸਾਂ ਨੋਹਾਂ ਦੀ ਕਿਰਤ, ਪਰਿਵਾਰ ਦੀ ਪਾਲਣਾ ਪੋਸ਼ਣਾ ਕਰਨੀ, ਕੋਈ ਦੁਕਾਨਦਾਰੀ ਕਰ ਰਿਹਾ, ਕੋਈ ਫੈਕਟਰੀ ਚਲਾ ਰਿਹਾ, ਕੋਈ ਚਾਕਰੀ ਕਰ ਰਿਹਾ ਹੈ, ਇਹ ਸਾਡੀ ਕਾਰ ਹੋ ਗਈ। ਇੱਕ ਹੁੰਦਾ ਉਪਕਾਰ, ਇੱਕ ਦੂਜੇ ਨੂੰ ਆਪਾਂ ਜਾਣਦੇ ਹੋਈਏ, ਮਿੱਤਰ ਸੱਜਣ ਦੋਸਤ ਨੇ, ਦੋਸਤ ਉੱਤੇ ਵਿਪਤਾ ਆ ਗਈ ਤੇ ਮਦਦ ਲਈ ਆਪਾਂ ਅੱਗੇ ਆ ਗਏ, ਉਪਕਾਰ ਕਰਤਾ, ਕਹਿੰਦੇ ਤੈਂ ਮੇਰੇ ਉੱਤੇ ਉਪਕਾਰ ਕਰ ਦਿੱਤਾ। ਤੇ ਤੀਜਾ ਹੈ ਪਰਉਪਕਾਰ, ਪਰਾਏ ਦਾ ਭਲਾ ਕਰਨਾ, ਜਿਹਨੂੰ ਆਪਾਂ ਜਾਣਦੇ ਨਾ ਹੋਈਏ,
ਜਾਣ ਪਹਿਚਾਣ ਕੋਈ ਨਹੀਂ, ਇਹ ਨਹੀਂ ਪਤਾ ਕਿਹੜਾ ਪਿੰਡ ਹੈ, ਕਿੱਥੋਂ ਦਾ ਰਹਿਣ ਵਾਲਾ ਹੈ, ਕਿਹੜੇ ਦੇਸ਼ ਦਾ ਹੈ। ਇੱਕ ਦੇਖਿਆ ਕਿ ਮਨੁੱਖ ਹੈ, ਜੀਵ ਹੈ, ਪਰਮਾਤਮਾ ਦਾ ਪੈਦਾ ਕੀਤਾ ਹੋਇਆ ਏ, ਇਹ ਲੋੜਵੰਦ ਦੀ ਸਹਾਇਤਾ ਕਰਨੀ ਆ ਬਸ। ਤੇ ਖਾਲਸੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਗੁਣ ਪੈਦਾ ਕਰ ਦਿੱਤਾ। ਤੇ ਜਿੱਥੇ ਖਾਲਸਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਬਾਣੀ ਦਾ ਅਭਿਆਸ ਕਰਦਾ ਹੈ, ਉੱਥੇ ਖਾਲਸੇ ਨੂੰ ਸਤਿਗੁਰੂ ਨੇ ਪਰਉਪਕਾਰੀ ਵੀ ਬਣਾ ਦਿੱਤਾ। ਗੁਰਬਾਣੀ 'ਚ ਆਖਿਆ ਗਿਆ ਕਿ ਜਨਮ ਮਰਨ ਦੂਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਉਹ ਪਰਉਪਕਾਰ ਕਰਨ ਹੀ ਤੀ ਸੰਸਾਰ ਵਿੱਚ ਸਤਿਗੁਰੂ ਜੀ ਨੇ ਭੇਜੇ ਹੁੰਦੇ ਨੇ, ਤੇ ਪਰਉਪਕਾਰ ਕਰਕੇ ਚਲੇ ਜਾਂਦੇ ਨੇ। ਤੇ ਖਾਲਸਾ ਵੀ ਉਹਨਾਂ ਵਿੱਚ ਹੀ ਆ ਗਿਆ ਅਸਲ ਵਿੱਚ। ਸੋ ਧਰਮ ਉਹ ਵਧੀਆ ਜਿਸ ਧਰਮ ਦੇ ਵਿੱਚ ਨਾਮ ਜਪਿਆ ਜਾਵੇ, ਉੱਤਮ ਚੰਗੇ ਕਰਮ ਕੀਤੇ ਜਾਣ। ਕਹਿੰਦੇ ਅਸਲ ਵਿੱਚ ਉਹ ਧਰਮ ਪ੍ਰਵਾਨ ਹੈ। ਪਰ ਸਤਿਗੁਰੂ ਇੱਥੇ ਬਚਨ ਕਰ ਰਹੇ ਨੇ, ਕਹਿੰਦੇ ਭਾਈ ਕਈ ਵਾਰੀ ਐਸਾ ਹੁੰਦਾ ਧਾਰਮਿਕ ਗ੍ਰੰਥ ਪੜ੍ਹਦੇ ਨੇ, ਧਾਰਮਿਕ ਗ੍ਰੰਥ ਪੜ੍ਹਦਿਆਂ ਹੋਇਆਂ ਤੇ ਕਹਿੰਦੇ ਨੇ ਸਾਡੇ ਧਾਰਮਿਕ ਗ੍ਰੰਥ ਇੱਕ ਦੂਜੇ ਨਾਲ ਬਾਲ ਝਗੜੇ ਕਰਦੇ ਫਿਰਦੇ ਨੇ, ਝਗੜਾ ਕਰਦੇ ਫਿਰਦੇ ਨੇ। ਕੋਈ ਰਾਮ ਦੇ ਨਾਮ 'ਤੇ ਲੜ ਰਿਹਾ, ਕੋਈ ਰਹੀਮ ਦੇ ਨਾਮ 'ਤੇ ਲੜ ਰਿਹਾ, ਕਰੀਮ ਦੇ ਅੱਲਾ ਦੇ ਨਾਮ 'ਤੇ ਲੜ ਰਿਹਾ ਏ, ਕੋਈ ਕਿਸ ਦੇ ਨਾਮ 'ਤੇ ਲੜ ਰਿਹਾ ਏ। ਪਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਅਵਰ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿ ਇੱਕ ਇਨਸਾਨ ਹੈ ਮਾਨਸ ਕੀ ਜਾਤ, ਸਭ ਏਕਾ ਪਹਿਚਾਨ। ਗੁਰੂ ਕਲਗੀਧਰ ਪਾਤਸ਼ਾਹ ਬਚਨ ਕਰਦੇ ਨੇ, ਕਹਿੰਦੇ ਭਾਈ ਬਾਦ ਨਾ ਝਗੜੇ ਨਾ ਕਰਨਾ ਕਰੋ। ਤੇ ਪਰਮੇਸ਼ਰ ਨੇ ਦੇਖੋ ਸਮਾਂ ਉੱਤੇ ਹੋ ਚੁੱਕਾ ਹੈ। ਜਿਵੇਂ ਇੱਕ ਮੁਸਲਮਾਨ ਹੈ, ਸੰਤ ਸਿੰਘ ਮਸਕੀਨ ਜੀ ਲਿਖਦੇ ਨੇ, ਕਹਿੰਦੇ ਇੱਕ ਮੁਸਲਮਾਨ ਉਹਨੇ ਆਪਣੀ ਜ਼ਿੰਦਗੀ ਦਾ ਨਿਰਵਾਹ ਕੀਤਾ, ਜ਼ਿੰਦਗੀ ਦੇ 10-15 ਸਾਲ ਮੁਸਲਮਾਨ ਧਰਮ ਦੇ ਵਿੱਚ ਪ੍ਰਵੇਸ਼ ਰਿਹਾ। ਫਿਰ ਸਮਾਂ ਆਇਆ ਉਹਨੇ ਹਿੰਦੂ ਧਰਮ ਹਿੰਦੂ ਧਰਮ ਵੀ ਆ ਗਿਆ, ਹਿੰਦੂ ਮਤ ਦੇ ਸਾਰੇ ਰੋਹ ਰੀਤੀਆਂ ਅਪਣਾਉਣ ਲੱਗ ਪਿਆ। ਚੇਂਜ ਕੀ ਹੋਇਆ? ਉਹਦੀਆਂ ਹੱਡੀਆਂ ਚੇਂਜ ਹੋਈਆਂ, ਡੈਡ ਜਿਹੜੀ ਬੋਡੀ ਹੈ ਬੋਡੀ ਚੇਂਜ ਹੋਈ ਹੈ? ਨਹੀਂ, ਉਹਦਾ ਅੰਦਰ ਚੇਂਜ ਹੋ ਗਿਆ। ਉਹ ਹਿੰਦੂ ਮੁਸਲਮਾਨ ਸੀ, ਮੁਸਲਮਾਨ ਨੂੰ ਹਿੰਦੂ ਧਰਮ ਪਿਆਰਾ ਲੱਗਿਆ, ਇਹ ਹਿੰਦੂਆਂ ਦੇ ਰੀਤੀ ਅਨੁਸਾਰ ਕਰਮ ਕਰਨ ਲੱਗ ਪਿਆ। ਇੱਕ ਹਿੰਦੂ ਗੁਰੂ ਸਵਾਰਿਓ ਆਪਣਾ ਜੀਵਨ ਹਿੰਦੂ ਧਰਮ ਦੇ ਨਾਲ ਬਤੀਤ ਕਰ ਰਿਹਾ ਹੈ, ਉਹ ਈਸਾਈਆਂ ਦਾ ਉਹਨਾਂ ਦਾ ਪ੍ਰਭਾਵ ਪਿਆ, ਉਹਦੇ ਮੁਤਾਬਕ ਜੀਵਨ ਬਤੀਤ ਕਰਨ ਲੱਗ ਪਿਆ। ਚੇਂਜ ਕੀ ਹੋਇਆ? ਉਹਦੇ ਅੰਦਰ ਦੀ ਵਿਚਾਰ ਚੇਂਜ ਹੋਈ ਹੈ। ਈਸਾਈ ਤੋਂ ਇੱਕ ਸਿੱਖ ਬਣਿਆ, ਤੇ ਸਿੱਖ ਬਣ ਕੇ ਕਹਿੰਦੇ ਫਿਰ ਉਹ ਸਿੱਖ ਧਰਮ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਨ ਲੱਗ ਪਿਆ। ਤੇ ਚੇਂਜ ਕੀ ਹੋਇਆ ਏ? ਤੇ ਅੰਦਰ ਚੇਂਜ ਹੋ ਗਿਆ ਗੁਰੂ ਸਵਾਰਿਆ। ਪਰ ਸਿੱਖ ਦੀ ਸਤਿਗੁਰੂ ਨੇ ਵੱਖਰੀ ਪਹਿਚਾਣ ਬਣਾਉਣਾ। ਜਦੋਂ ਸਿੱਖ ਬਣ ਜਾਂਦਾ ਨਾ, ਸਿੱਖ ਫਿਰ ਸਾਬਤ ਸੂਰਤ ਹੁੰਦਾ ਏ। ਸਿੱਖ ਆਪਣੇ ਸੀਸ ਉੱਤੇ ਕਿ ਕੇਸਾਂ ਨੂੰ ਕੈਂਚੀ ਨਹੀਂ ਲਾਉਂਦਾ ਏ, ਸਿੱਖ ਆਪਣੇ ਸੀਸ ਉੱਤੇ ਦਸਤਾਰ ਸਜਾਉਂਦਾ ਏ, ਸਿੱਖ ਫਿਰ 5 ਕਕਾਰਾਂ ਦੀ ਵਰਦੀ ਪਹਿਨ ਲੈਂਦਾ ਏ। ਤੇ ਸਿੱਖ ਨੂੰ ਪਾਤਸ਼ਾਹ ਨੇ ਵੱਖਰੀ ਪਹਿਚਾਣ ਦੱਸ ਦਿੱਤੀ ਕਿ ਭਾਈ ਤੂੰ ਸਾਡਾ ਸਿੱਖ ਹੈ। ਲੱਖਾਂ ਵਿੱਚ ਹਜ਼ਾਰਾਂ ਵਿੱਚ ਖਲੋਤਾ ਹੋਵੇ ਸਿੱਖ, ਤੇ ਪਹਿਚਾਣ ਵੱਖਰੀ ਹੋ ਜਾਂਦੀ ਹੈ। ਜਦੋਂ ਕਿਤੇ ਬਾਹਰ ਜਾ ਕੇ ਮਿਸਟਰ ਸਿੰਘ ਕਰਕੇ ਆਵਾਜ਼ ਮਾਰਦੇ ਨੇ, ਸਰਦਾਰ ਜੀ ਕਹਿ ਕੇ ਆਵਾਜ਼ ਮਾਰਦੇ ਨੇ, ਸਤਿਕਾਰ ਮਿਲਦਾ ਏ। ਇਹ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੀ ਦੇਣ ਹੈ ਗੁਰੂ ਸਵਾਰਿਓ। ਸੋ ਸਤਿਗੁਰੂ ਕਹਿੰਦੇ ਧਰਮ ਦੇ ਨਾਂ 'ਤੇ ਲੜਨਾ ਨਾ ਕਰੋ ਭਾਈ, ਧਰਮ ਗ੍ਰੰਥਾਂ ਦੇ ਨਾਮ 'ਤੇ ਲੜਨਾ ਨਾ ਕਰੋ। ਕਹਿੰਦੇ ਜਿਹੜੇ ਇਹ ਵੇਦ ਬਾਦ ਸਭ ਆਖ ਬਖਾਣਾ ਵੇਦ ਸ਼ਾਸਤਰ ਪੜ੍ਹਦੇ ਨੇ, ਫਿਰ ਕਹਿੰਦੇ ਝਗੜੇ ਖੜਦੇ ਫਿਰਦੇ ਨੇ। ਕਹਿੰਦੇ ਇਸ ਤਰ੍ਹਾਂ ਬਾਦ ਕਰਨੇ ਚੰਗੇ ਨਹੀਂ। ਨਾ ਅੰਤਰ ਭੀਜੈ, ਨਾ ਤਾਂ ਅੰਦਰ ਭਿੱਜਿਆ ਏ, ਨਾ ਹੀ ਸ਼ਬਦ ਨਾ ਸ਼ਬਦ ਪਛਾਣੈ, ਨਾ ਸ਼ਬਦ ਦੀ ਪਹਿਚਾਣ ਕੀਤੀ ਹੈ। ਪੁੰਨ ਪਾਪ ਸਭ ਵੇਦ ਦ੍ਰਿੜਾਇਆ, ਗੁਰਮੁਖ ਅੰਮ੍ਰਿਤ ਪੀਜੈ ਹੈ। ਵੇਦ ਸ਼ਾਸਤਰ ਕੀ ਕਹਿੰਦੇ ਨੇ? ਉਹਨਾਂ ਵਿੱਚ ਲਿਖਿਆ ਹੋਇਆ ਹੈ ਕਿ ਪੁੰਨਾਂ ਤੇ ਪਾਪਾਂ ਬਾਬਤ, ਕਿ ਪਾਪ ਕਰਨਾ ਕੀ ਫਲ ਮਿਲਦਾ, ਪੁੰਨ ਦਾ ਕੀ ਫਲ ਮਿਲਦਾ ਹੈ, ਪਾਪ ਕਰਨ 'ਚ ਕਿਵੇਂ ਜੀਵ ਨਰਕਾਂ ਦਾ ਅਧਿਕਾਰੀ ਬਣਦਾ ਹੈ। ਕਹਿੰਦੇ ਇਸ ਤਰ੍ਹਾਂ ਇਹ ਦੱਸਿਆ ਹੋਇਆ ਨਾ, ਇਹ ਸਭ ਦ੍ਰਿੜ ਕਰਾਤਾ। ਗੁਰਮੁਖ ਅੰਮ੍ਰਿਤ ਪੀ, ਜਿਹੜੇ ਗੁਰਮੁਖ ਜਨ ਹਨ
ਉਹ ਨਾਮ ਅੰਮ੍ਰਿਤ ਪੀਂਦੇ ਹਨ। ਆਪੇ ਸਾਚਾ ਏਕੋ ਸੋਈ, ਤਿਸ ਬਿਨ ਦੂਜਾ ਅਵਰ ਨਾ ਕੋਈ। ਵਾਹਿਗੁਰੂ ਸੱਚਾ ਪਰਮੇਸ਼ਰ ਜਿਹੜਾ ਹੈ ਆਪ ਹੀ ਸਾਰੀਆਂ ਥਾਵਾਂ 'ਤੇ ਵਰਤ ਰਿਹਾ ਹੈ, ਉਹ ਤੋਂ ਬਿਨਾਂ ਦੂਜਾ ਕੋਈ ਨਹੀਂ ਹੈ। ਨਾਨਕ ਨਾਮ ਰਤੇ ਮਨ ਸਾਚਾ, ਸੱਚੋ ਸੱਚ ਰਵੀਜੈ ਹੈ। ਨਾਨਕ ਗੁਰੂ ਜੀ ਉਚਾਰਨ ਕਰਦੇ ਹਨ ਕਿ ਮਨ ਦੇ ਸੱਚੇ ਕੌਣ ਨੇ? ਸਵਾਲ ਕੀਤਾ ਪਾਤਸ਼ਾਹ ਨੂੰ ਕਿ ਮਨ ਕਰਕੇ ਸੱਚੇ ਕੌਣ ਨੇ? ਤੇ ਪਾਤਸ਼ਾਹ ਕਹਿੰਦੇ ਨਾਨਕ ਨਾਮ ਰਤੇ ਮਨ ਸਾਚਾ, ਜਿਹੜੇ ਨਾਮ ਵਿੱਚ ਰੱਤੇ ਤਦਾ ਕਾਰਨ ਹੈ, ਅਸਲ ਵਿੱਚ ਉਹ ਮਨ ਕਰਕੇ ਸੱਚੇ ਨੇ। ਕਿਉਂ ਸੱਚੇ ਨੇ? ਕਿਉਂਕਿ ਉਹ ਮਨ ਕਰਕੇ ਕਦੇ ਸ਼ੈਤਾਨੀਆਂ ਨਹੀਂ ਕਰਦੇ, ਗਲਤ ਕੰਮ ਨਹੀਂ ਕਰਦੇ ਹਨ। ਉਹ ਸੱਚੋ ਸੱਚ ਰਵੀਜੈ ਹੈ, ਸੱਚੇ ਪਰਮੇਸ਼ਰ ਦੀ ਆਰਾਧਨਾ ਕਰਦੇ ਨੇ। ਮਨ ਕਰਕੇ ਉਸ ਮਾਲਕ ਨੂੰ ਹਰ ਸਮੇਂ ਯਾਦ ਕਰਦਾ, ਜਸ ਉਚਾਰਨ ਕਰਦੇ ਹਨ। ਇਹ ਗੁਰੂ ਸਵਾਰੇ ਪਾਤਸ਼ਾਹ ਨੇ ਸਾਡੇ ਉੱਤੇ ਬਖਸ਼ਿਸ਼ ਕੀਤੀ ਹੈ। ਦਾਸ ਤੋਂ ਬੋਲਦਿਆਂ ਤੋਂ ਇੱਕ ਨਹੀਂ, ਅਨੇਕਾਂ ਗਲਤੀਆਂ ਹੋ ਗਈਆਂ ਹੋਣਗੀਆਂ।